सतनाम श्री वाहिगुरु साहिब जी। श्री नानक अंगद गुरु अमरदास पदबंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग। श्री गुर शब्द कमाए जिन जीते पंच बेकार तिन संतन को बंदना सिर चरणन पर तार। एकंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। एक एक तत ताकी पंच है प्रकृत भई। लोभ मोह अहं दुख परित नभ जानिए। बाल को करन अर धावन पसारन। संकोच देह बदा सो समीर पहचानिए। एक एक तत ताकी पंच है प्रकृत भई। वाहिगुरु जी का खालसा वाहिगुरु जी की फतेह। दीन दयाल धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब सच्चे पातशाह जी महाराज। गुरु प्यारी गुरु सवारी सा संगत जीओ। आप जी कर्मां वाले हो जो गुरु महाराज जी के चरणों में नतमस्तक हो करके गुरु साहब जी दीयां खुशियां प्राप्त कर रहे हो। महान तो महान सतगुरु गुरु ग्रंथ साहिब महाराज जी का पावन पवित्र दर्शन करके इन्हां नेत्रां नूं इस शरीर नूं सफला सकारथा कर रहे हो। गुरु साहब जी की कृपा नाल संध्या के समय के सुंदर दरबार दीवान सजे हैं। तुर की बाणी के जाप आपां सरवण कीते हैं। जो गुरु साहब गुरु नानक देव महाराज जी की पावन पवित्र लड़ीवार रूप कथा चल रही है। कुछ रूहां वो सतगुरु जी की पावन पवित्र कथा लड़ीवार रूप विच समय समय नाल सरवण कर रहे हैं। सब ते उत्तम हर की कथा नाम सुनत दर्द दुख लथा। सब तो उत्ते जे कथा है तो परमेश्वर दी
ਜੋ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮੇਸ਼ਰ ਹਨ। ਤੇ ਜੋ ਗੁਰੂ ਸਾਹਿਬ ਜੀ ਦੀ ਗੁਰੂਆਂ ਦੀ ਭਗਤਾਂ ਦੀਆਂ ਕਥਾ ਸੁਣਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਹੈ, ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਅਸੀਂ ਉਹਨਾਂ ਤੋਂ ਬਿਲਹਾਰ ਕੁਰਬਾਨ ਜਾਂਦੇ ਹਾਂ ਜੋ ਕਿ ਉਸ ਪਰਮੇਸ਼ਰ ਦੀ ਕਥਾ ਸੁਣਦੇ ਹੈ। ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਸਾਹਿਬ ਜੀ ਸਿੱਧਾਂ ਦਾ ਮਾਣ ਹੰਕਾਰ ਤੋੜਨ ਵਾਸਤੇ ਸਮੇਰ ਪਰਬਤ ਨੂੰ ਚਾਲਾ ਮਾਰਿਆ ਹੈ। ਸਮੇਰ ਪਰਬਤ ਦੇ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਜਿਹੜੇ ਸਿੱਧ ਗੋਰਖਨਾਥ ਹੋਣੀ ਆ ਕੇ ਤੇ ਗੁਰੂ ਮਹਾਰਾਜ ਨਾਲ ਚਰਚਾ ਕਰ ਰਹੇ ਹੈ ਕਿ ਜੇ ਇਹਨਾਂ 'ਚ ਕੋਈ ਕਲਾ ਹੈ ਤੇ ਸਾਡੇ ਪੰਥ ਵਿੱਚ ਆ ਜਾਣ ਤਾਂ ਜੋ ਸਾਡੀ ਚੜ੍ਹਾਈ ਹੋ ਜਾਏਗੀ, ਨਹੀਂ ਤੇ ਇਹਨਾਂ ਨੂੰ ਨਿਰੁੱਤਰ ਕਰਕੇ ਵਿਛਾਂ ਹੀ ਮੋੜ ਦਿੱਤਾ ਜਾਏ। ਪਹਿਲਾਂ ਗੋਰਖਨਾਥ ਮਿਲਿਆ ਹੈ, ਉਹ ਹਾਰ ਹੰਬ ਕੇ ਚਲਾ ਗਿਆ ਵਾਪਸ। ਸਿੱਧਾਂ ਨੂੰ ਕੋਲ ਬਿਠਾ ਕੇ ਕਿਹਾ ਵੀ ਇੱਕ ਨਾਨਕ ਤਪ ਆ ਰਿਹਾ ਹੈ ਤੁਹਾਡੇ ਸਮੇਰ ਪਰਬਤ ਨੂੰ ਦੇਖਣ ਵਾਸਤੇ, ਤੁਸੀਂ ਉਸ ਨੂੰ ਚਰਚਾ ਕਰਕੇ ਵਿਛਾਂ ਮੋੜ ਕੇ ਆਓ, ਨਹੀਂ ਤਾਂ ਆਪਣਾ ਉਪਦੇਸ਼ ਦੇ ਕੇ ਯੋਗ ਦਾ ਚੇਲਾ ਕਰਕੇ ਲਿਆਓ। ਇਹ ਸੁਣ ਕੇ ਜਿਹੜਾ ਮਛਿੰਦਰ ਨਾਥ ਹੈ ਗੋਰਖਨਾਥ ਦਾ ਗੁਰੂ, ਉਹ ਗੁੱਸਾ ਜਿਹਾ ਖਾ ਕੇ ਬੋਲਿਆ ਵੀ ਸਿੱਧੋ ਨਾਥੋ ਮੈਨੂੰ ਭੇਜੋ, ਮੈਂ ਤਾਂ ਉਹਨਾਂ ਨੂੰ ਪਿਛਾਂ ਮੋੜ ਹੀ ਆਵਾਂਗਾ, ਅਥਵਾ ਨਹੀਂ ਤੇ ਜਿੱਤ ਕੇ ਇੱਥੇ ਚੇਲਾ ਕਰਕੇ ਲੈ ਕੇ ਆਵਾਂਗਾ। ਕਿਉਂਕਿ ਮੈਂ ਉਹਨਾਂ ਨਾਲ ਸਵਾਲ ਹੀ ਐਸੇ ਕਰ ਦੇਵਾਂਗਾ ਵੀ ਇਹ ਦੇਹ ਦੀ ਬਣਾਵਟ ਕਿਵੇਂ ਬਣੀ ਹੈ, ਸਰੀਰ ਕਿਵੇਂ ਬਣਿਆ ਹੈ, ਕਿੰਨੀਆਂ ਨਾੜਾਂ ਸਰੀਰ ਵਿੱਚ, ਕਿੰਨੇ ਜੋੜ ਹੈ ਸਰੀਰ ਦੇ, ਕਿੰਨੇ ਤੱਤਾਂ ਦੀ ਦੇਹ ਹੈ। ਫਿਰ ਯੋਗ ਦੇ ਸੰਬੰਧ ਵਿੱਚ ਪ੍ਰਸ਼ਨ ਕਰਾਂਗਾ ਵੀ ਯੋਗ ਕਿੰਨੇ ਤਰ੍ਹਾਂ ਦਾ ਹੈ। ਜਦੋਂ ਜਵਾਬ ਨਹੀਂ ਦੇਣਗੇ ਤੇ ਫਿਰ ਪਿਛਾਂ ਮੋੜ ਦਾਂਗਾ ਕਿ ਜੇ ਤੁਸੀਂ ਜਵਾਬ ਨਹੀਂ ਦੇ ਸਕਦੇ ਤੇ ਸਾਡੇ ਸਿੱਧਾਂ ਵਿੱਚ ਕੀ ਕਰੋਗੇ ਜਾ ਕੇ। ਗੋਰਖਨਾਥ ਨੇ ਕਿਹਾ ਵੀ ਗੁਰੂ ਜੀ ਜਾਓ ਤੁਸੀਂ ਤੇ ਜਿੱਤ ਕੇ ਜ਼ਰੂਰ ਆਓਗੇ। ਮਛਿੰਦਰ ਨਾਥ ਨੇ ਉਸੇ ਤਰ੍ਹਾਂ ਹੀ ਆਪਣੇ ਸਵਾਲ ਰੱਖੇ ਸਰੀਰ ਦੀ ਬਣਤਰ ਬਾਰੇ, ਕਿੰਨੀਆਂ ਕੋਠੜੀਆਂ ਸਰੀਰ ਵਿੱਚ, ਕਿੰਨੀਆਂ ਨਾੜਾਂ ਹੈ, ਕਿੰਨੇ ਜੋੜ ਹਨ, ਇਹ ਆਪਣੇ ਸਵਾਲ ਰੱਖੇ ਹੈ। ਮਹਾਰਾਜ ਨੇ ਉਹ ਸਾਰੇ ਦੱਸ ਦਿੱਤੇ ਹੈ। ਫਿਰ ਕਿਹਾ ਵੀ ਮਛਿੰਦਰ ਨਾਥ ਜੇ ਹੋਰ ਕੁਝ ਪੁੱਛਣਾ ਤਾਂ ਉਹ ਵੀ ਪੁੱਛ ਲਾ। ਫਿਰ ਇਹ ਸ਼ਰਮਿੰਦਾ ਜਿਹਾ ਹੋਇਆ ਵੀ ਮੇਰੀ ਤਾਂ ਕੋਈ ਚੱਲੀ ਨਹੀਂ ਹੈ। ਫਿਰ ਮੁੜ ਗਿਆ ਵਾਪਸ, ਆਸਣ ਜਿਹਾ ਲਾ ਕੇ ਬੈਠ ਗਿਆ, ਕਹਿਣ ਲੱਗਾ ਵੀ ਉਹ ਬਹੁਤ ਮਹਾਨ ਹੈ, ਐਵੇਂ ਨਹੀਂ ਹੈ ਕਿ ਪਿਛਾਂ ਮੁੜ ਜਾਣਗੇ। ਫਿਰ ਗੋਰਖਨਾਥ ਨੇ ਕਿਹਾ ਹੈ ਵੀ ਹੋਰ ਕੋਈ ਹੈ। ਉੱਥੇ ਲੋਹਾ ਰੀਪਾ ਬੈਠਾ ਸੀ ਸਿੱਧ, ਜਦੋਂ ਉਹਨੇ ਸੁਣਿਆ ਕਹਿੰਦਾ ਵੀ ਮੈਂ ਜਾਵਾਂਗਾ, ਮੈਂ ਉਹਨਾਂ ਨੂੰ ਪਿਛਾਂ ਮੋੜਾਂਗਾ, ਨਹੀਂ ਤੇ ਚੇਲਾ ਕਰਕੇ ਤੇ ਜ਼ਰੂਰ ਹੀ ਲੈ ਕੇ ਆਵਾਂਗਾ। ਇਹਨੇ ਇੱਥੇ ਆ ਕੇ ਕਹਿਣ ਲੱਗਾ ਕਿ ਬਾਲੇ ਨਮਸਕਾਰ ਆਦੇਸ਼, ਕਿਉਂਕਿ ਇਹਨਾਂ ਦੀ ਉਮਰਾਂ ਵੱਡੀਆਂ ਸਨ, 500 ਸਾਲ 600 ਸਾਲ, ਜਿਹਦੇ ਕਰਕੇ ਉਮਰਾਂ ਦੇ ਹੰਕਾਰ ਕਰਕੇ ਗੁਰੂ ਸਾਹਿਬ ਨੂੰ ਬਾਲੇ ਬਾਲਗ ਕਹਿੰਦੇ ਸਨ। ਮਹਾਰਾਜ ਕਹਿੰਦੇ ਵੀ ਸਾਡੇ ਤੇ ਇੱਕ ਓਂਕਾਰ ਨੂੰ ਨਮਸਕਾਰ ਹੈ, ਉਸ ਪਰਮੇਸ਼ਰ ਨੂੰ। ਕਹਿੰਦਾ ਤੁਹਾਡਾ ਨਾਮ ਕੀ ਹੈ, ਤੁਹਾਡਾ ਘਰ ਕਿੱਥੇ ਹੈ, ਕਿਸ ਇਲਾਕੇ ਵਿੱਚ ਆਏ ਹੋ, ਕਿੱਥੇ ਜਾਣਾ ਹੈ। ਉਹ ਗੁਰੂ ਸਾਹਿਬ ਜੀ ਨੇ ਸਾਰਾ ਹੀ ਵਿਸਥਾਰ ਨਾਲ ਦੱਸਿਆ। ਫਿਰ ਇਹਨੇ ਮਹਾਰਾਜ ਨੇ ਕਿਹਾ ਵੀ ਹੋਰ ਕੁਝ ਪੁੱਛੋ। ਇਹਨੇ ਬੜੀ ਗਰਮੀ ਜਿਹੀ ਖਾ ਕੇ ਕਿਹਾ ਹੈ, ਆਪਣਾ ਬਲ ਜਿਹਾ ਜਿਹੜਾ ਸਿੱਧ ਯੋਗ ਦਾ ਹੈ ਉਹ ਇਹਨੇ ਝੁਕਝੋਲਿਆ, ਹਲੂਣਿਆ। ਕਹਿੰਦਾ ਦੱਸੋ ਇਸ ਸਰੀਰ ਵਿੱਚ ਕਿੰਨੇ ਚੱਕਰ ਹੈ, ਕਿੰਨੇ ਭੇਦ ਚੱਕਰਾਂ ਦੇ, ਕਿੰਨੇ ਫਿਰ ਤੁਸੀਂ ਵਿੰਨੇ ਹੋਏ ਆ। ਫਿਰ ਉਹ ਜਿਹੜੇ ਚੱਕਰਾਂ ਵਿੱਚ ਕਵਲ ਹੈ, ਕਿੰਨੇ ਕਿੰਨੇ ਪੰਖੜੀਆਂ ਦਾ, ਕਿਹੜੇ ਚੱਕਰ ਵਿੱਚ ਕਵਲ ਹੈ ਸਰੀਰ ਵਿੱਚ, ਉਹਦਾ ਨਿਵਾਸ ਕਿੱਥੇ ਹੈ, ਕਿਹਦਾ ਵਾਸਾ ਹੈ, ਕਿਹੜੇ ਰੰਗ ਦਾ ਹੈ। ਇਹ ਸਵਾਲ ਕੀਤੇ ਹੈ। 5 ਤੱਤਾਂ ਦੇ ਬਾਰੇ ਦੱਸੋ,
ਉਹਨਾਂ ਦੇ ਜਿਹੜੇ ਗੁਣ ਹੈ ਉਹ ਵੀ ਦੱਸੋ। ਪੰਜਾਂ ਤੱਤਾਂ ਤੋਂ ਜਿਹੜੀ ਗਿਆਨ ਇੰਦਰੀਆਂ ਬਣੀਆਂ ਉਹ ਵੀ ਦੱਸੋ। ਫਿਰ ਪੰਜ ਤੱਤਾਂ ਦੀਆਂ ਜਿਹੜੀਆਂ ਪ੍ਰਕਿਰਤੀਆਂ ਪੰਜੀ ਬਣੀਆਂ ਗਏ ਉਹ ਵੀ ਦੱਸੋ। ਇਹ ਸਭ ਕੁਝ ਦੱਸੋ, ਫਿਰ ਅੱਗੇ ਜਾਣ ਦੀ ਕੋਸ਼ਿਸ਼ ਕਰਨਾ। ਗੁਰੂ ਸਾਹਿਬ ਜੀ ਨੇ ਵਿਸਥਾਰ ਨਾਲ ਸਾਰਾ ਹੀ ਜਿਹੜਾ ਦੱਸਿਆ ਉਹ ਆਪਾਂ ਪ੍ਰਸੰਗ ਦੇ ਰੂਪ ਵਿੱਚ ਸਾਰਾ ਵਿਸਥਾਰ ਨਾਲ ਸਰਵਣ ਕਰ ਹੀ ਲਿਆ ਹੈ। ਹੁਣ ਜਿਵੇਂ ਕੱਲ੍ਹ ਸਮਾਂ ਪੂਰਾ ਹੋਣ ਦੇ ਕਰਕੇ ਥੋੜ੍ਹਾ ਜਿਹਾ ਪ੍ਰਸੰਗ ਇਹ ਰਹਿ ਗਿਆ ਸੀ, ਉਹ ਲੜੀ ਜੋੜਦੇ ਹੋਏ ਆਪਾਂ ਪ੍ਰਸੰਗ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਏਕ ਤਤ ਤਾਕੀ ਪੰਜ ਹੈ ਪ੍ਰਕ੍ਰਿਤ ਭਈ। ਗੁਰੂ ਮਹਾਰਾਜ ਜੀ ਨੇ ਪੰਜਾਂ ਤੱਤਾਂ ਦੇ ਗੁਣ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵੀ ਦੱਸੇ ਹੈ। ਫਿਰ ਪੰਜਾਂ ਤੱਤਾਂ ਦੇ ਸਤੋ ਗੁਣ ਅੰਸ਼ ਤੋਂ ਜਿਹੜੀਆਂ ਗਿਆਨ ਇੰਦਰੀਆਂ ਬਣੀਆਂ ਹੈ, ਅੱਖਾਂ ਨੱਕ ਕੰਨ ਚਮੜੀ ਇਹ ਜੀਵ ਰਸਨਾ, ਉਹਨਾਂ ਦੇ ਵਿਸ਼ੇ ਉਹ ਸਭ ਦੱਸਿਆ ਹੈ। ਹੁਣ ਜੋ ਇਹਨੇ ਪੁੱਛਿਆ ਵੀ ਪੰਜ ਤੱਤਾਂ ਦੀਆਂ ਪ੍ਰਕਿਰਤੀਆਂ ਦੱਸੋ ਅੱਡੋ ਅੱਡੀ, ਉਹ ਮਹਾਰਾਜ ਇਸ 'ਤੇ ਦੱਸ ਰਹੇ ਖੋਲ੍ਹ ਕੇ ਵੀ ਇੱਕ ਇੱਕ ਤੱਤ ਦੀਆਂ ਫਿਰ ਉਹਨਾਂ ਪੰਜਾਂ ਤੱਤਾਂ ਤੋਂ ਅੱਗੇ ਪ੍ਰਕਿਰਤੀਆਂ ਹੋ ਗਈਆਂ, ਉਹ ਵੀ ਸੁਣ ਲੈ। ਲੋਭ ਮੋਹ ਅਹੰ ਦੁਖ ਪਰੀਤ ਨਭ ਜਾਨੀਏ। ਇਹ ਪਹਿਲੀ ਪ੍ਰਕਿਰਤੀ ਦੱਸ ਰਿਹਾ ਕਿ ਲੋਭ, ਦੂਸਰਾ ਮੋਹ, ਤੀਸਰਾ ਅਹੰਕਾਰ, ਚੌਥਾ ਦੁੱਖ, ਪੰਜਵੀਂ ਪ੍ਰੀਤੀ। ਇਹ ਆਕਾਸ਼ ਦੀਆਂ ਪੰਜ ਪ੍ਰਕਿਰਤੀਆਂ ਜਾਣ ਲਓ। ਬਲ ਕੋ ਕਰਨ ਅਰ ਧਾਵਨ ਪਸਾਰਨ। ਫਿਰ ਬਲ ਜਿਹਾ ਕਰਨਾ, ਜ਼ੋਰ ਜਿਹਾ ਕਰਨਾ ਅਤੇ ਧਾਵਣਾ ਕਹੀਏ ਜਿਹੜਾ ਦੌੜਨਾ ਹੈ, ਦੌੜਨਾ। ਫਿਰ 12ਵਾਂ ਜਿਹੜਾ ਤੀਸਰਾ ਹੈ ਪਸਾਰਨਾ, ਭਾਵ ਫੈਲਣਾ। ਸੰਕੋਚ ਦੇਹ ਬਦੈ ਸੋ ਸਮੀਰ ਪਹਿਚਾਨੀਏ। ਫਿਰ ਇਹ ਸੰਕੋਚ ਜਾਣਾ, ਸੁੰਗੜ ਜੇ ਜਾਣਾ, ਦੇਹ ਦਾ ਵੱਧ ਜਾਣਾ। ਇਹ ਪੰਜ ਪ੍ਰਕਿਰਤੀਆਂ ਸਮੀਰ ਕਹੀਏ ਹਵਾ ਦੀਆਂ ਪਹਿਚਾਨ ਲਈਏ। ਨੀਂਦ ਔ ਜੰਭਾਈ ਭੂਖ ਆਲਸ ਪਿਆਸ ਹੋਏ। ਜਿਹੜੀ ਨੀਂਦ ਆਉਣੀ ਹੈ, ਫਿਰ ਜੰਭਾਈ ਅਬਾਸੀਆਂ ਦੂਸਰੀ, ਤੀਸਰੀ ਭੁੱਖ ਲੱਗਣੀ, ਚੌਥਾ ਆਲਸ, ਪੰਜਵੀਂ ਪਿਆਸ ਹੁੰਦੀ ਹੈ ਜਿਹੜੀ। ਇਹ ਅਗਨੀ ਦਾ ਤੱਤ ਜਾਣ ਲਈਏ, ਅਗਨੀ ਦੀ ਤੱਤ ਦੀਆਂ ਪ੍ਰਕਿਰਤੀਆਂ ਜਾਣੀਏ। ਅਗਨ ਕੇ ਤਤ ਕੀ ਪ੍ਰਕਿਰਤ ਇਹ ਪਰਮਾਨੀਏ। ਇਹ ਵਿਸ਼ੇਸ਼ ਕਰਕੇ ਅਗਨੀ ਦੇ ਤੱਤ ਦੀਆਂ ਪੰਜ ਪ੍ਰਕਿਰਤੀਆਂ ਜਾਣ ਲਈਏ, ਸਮਝ ਲਈਏ। ਰਕਤ ਪਸੀਨਾ ਪਿਤ ਕਫ ਬਿੰਦ ਨੀਰਹੂ ਕੀ। ਫਿਰ ਰਗਤ ਖੂਨ, ਪਸੀਨਾ ਤੇ ਜਿਹੜੀ ਪਿੱਤਾ ਗਰਮੀ ਹੈ ਪਿੱਤ ਵਿੱਚ, ਕਫ ਬਲਗਮ, ਬਿੰਦ ਜਿਹੜੀ ਹੈ ਵੀਰਜ। ਤੇ ਇਹ ਜਿਹੜੀਆਂ ਪੰਜ ਪ੍ਰਕਿਰਤੀਆਂ ਇਹ ਜਲ ਦੀਆਂ ਹਨ, ਕਿਉਂਕਿ ਜਿਹੜੇ ਤਰਲ ਹੈ, ਤਰਲ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਵਿੱਚ, ਇਹ ਪੰਜ ਪ੍ਰਕਿਰਤੀਆਂ ਪਾਣੀ ਦੀਆਂ ਜਾਣ ਲਈਏ। ਚਾਮ ਹਾੜ ਮਾਸ ਨਾੜੀ ਪਰੋਮ ਛਿਤ ਭਾਨੀਏ। ਚਾਮ ਚਮੜਾ ਹੱਡ, ਇਸੇ ਤਰ੍ਹਾਂ ਮਾਸ ਤੇ ਨਾੜੀਆਂ ਨਾੜਾਂ, ਰੋਮ ਜਿਹੜੇ ਸਰੀਰ ਦੇ ਉੱਪਰ, ਇਹ ਧਰਤੀ ਦੇ ਜਿਹੜੇ ਕਹੇ ਜਾਂਦੇ ਹੈ। ਧਰਤੀ ਤੱਤ ਦੀਆਂ ਜਿਹੜੀਆਂ ਪੰਜ ਪ੍ਰਕਿਰਤੀਆਂ ਜਾਣ ਲਈਏ ਕਹਿੰਦੇ ਹਨ। ਦੋਹਰਾ ਪੰਜ ਤਤ ਕੇ ਕੋਟ ਮਹਿ। ਇਸ ਤਰ੍ਹਾਂ ਇਹ ਪੰਜਾਂ ਤੱਤਾਂ ਦੀਆਂ ਅੱਗੇ ਪੰਜ ਪੰਜ ਹਿੱਸੇ ਹੋ ਕੇ ਪੰਜੀ ਪ੍ਰਕਿਰਤੀਆਂ ਹੋ ਗਈਆਂ ਜਿਹੜੀਆਂ ਸਰੀਰ ਵਿੱਚ ਹੈ। ਇਹ ਪੰਜ ਤੱਤਾਂ ਦਾ ਜਿਹੜਾ ਹੈ ਕੋਟ ਕਹੀਏ ਸਰੀਰ ਰੂਪੀ ਕਿਲੇ ਦੇ ਵਿੱਚ 25 ਹੈ ਪ੍ਰਕਿਰਤ।
ਪੰਜੀ ਜਿਹੜੀਆਂ ਪ੍ਰਕਿਰਤੀਆਂ ਹਨ, ਪੰਜਾਂ ਤੱਤਾਂ ਦੀਆਂ ਪੰਜ ਪੰਜ ਪਾ ਕੇ ਪੰਜੇ ਪ੍ਰਕਿਰਤੀਆਂ ਹੋ ਗਈਆਂ। ਜਿਉ ਬਸੇਰਾ ਤਹ ਕੀਓ। ਜਿਹੜਾ ਜੀਵ ਹੈ ਇਸ ਸਰੀਰ ਰੂਪੀ ਕਿਲੇ ਦੇ ਵਿੱਚ ਜੋ ਪੰਜ ਤੱਤਾਂ ਦਾ ਬਣਿਆ ਹੋਇਆ, ਇਹਦੇ ਵਿੱਚ ਉਸਨੇ ਬਸੇਰਾ ਨਿਵਾਸ ਕੀਤਾ ਹੈ। ਹੁਣ ਲੋਹੇ ਰੀਪਾ ਮਿੱਤ। ਇਹ ਲੋਹਾ ਰੇਪਾ ਸਿੱਧ ਸਾਡੇ ਮਿੱਤਰ, ਇਸ ਤਰ੍ਹਾਂ ਸੁਣ ਲੈ ਤੂੰ ਗਿਆਨ ਦੇ ਬਚਨ। ਸਵਈਆ ਸ਼੍ਰਵਣ ਸੁਨੇ ਗੁਣ ਐਨ ਕੇ ਬੈਨਾ। ਜੋ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਹੈ, ਜਦੋਂ ਉਹਨਾਂ ਦੇ ਬਚਨ ਲੋਹਾ ਰੀਪਾ ਸਿੱਧ ਨੇ ਆਪਣੇ ਕੰਨਾਂ ਵਿੱਚ ਸੁਣੇ ਐ। ਭਈ ਮਨ ਚੈਨ ਪਛਾਨੇ ਸੁਜਾਨਾ। ਮਨ ਨੂੰ ਉਸੇ ਵੇਲੇ ਚੈਨ ਹੋ ਗਿਆ, ਸ਼ਾਂਤੀ ਹੋ ਗਈ ਹੈ, ਐ ਟਿਕ ਗਿਆ ਮਨ, ਪਛਾਣ ਲਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੁਗੜ ਸੁਜਾਨ ਹਨ। ਹੈ ਅਵਤਾਰ ਸਹੀ ਕਰਤਾਰ। ਇਹ ਤੇ ਸਹੀ ਨਿਸ਼ਚੇ ਰੂਪ ਯਕੀਨਣੀ ਉਸ ਕਰਤਾਰ ਪਰਮੇਸ਼ਰ ਦਾ ਹੀ ਅਵਤਾਰ ਹਨ। ਨਿਹਾਰਨ ਕੋ ਜਗ ਕੋ ਨਾ ਸਮਾਨਾ। ਜੇ ਦੇਖਿਆ ਜਾਵੇ ਇਸ ਸਮੇਂ ਦੇ ਵਿੱਚ ਸੰਸਾਰ ਦੇ ਵਿੱਚ ਹੋਰ ਕੋਈ ਇਹਨਾਂ ਦੇ ਸਮਾਨ ਨਹੀਂ ਹੈ, ਮਹਾਨ। ਹੋਏ ਅਧੀਨਾ ਬਿਨਾ ਕਰ ਕੈ ਸਿਰ ਨਾਇਕ। ਫਿਰ ਇਹ ਜਿਹੜਾ ਹੈ ਹੋਏ ਅਧੀਨ ਬਿਨਾਂ ਕਰਕੇ, ਬੇਨਤੀ ਕਰਕੇ ਤੇ ਬਹੁਤ ਅਧੀਨ ਹੋਇਆ, ਨਿਮਰਤਾ ਵਾਲਾ ਹੋ ਗਿਆ। ਲੋਹਾ ਰੀਪਾ ਸਿੱਧ ਸਿਰ ਨਾਇਕ ਹੈ ਦੋਨ। ਸਿਰ ਨਾਇਕ ਦੋਨੋਂ ਬੰਦਤ ਪਾਨਾ। ਦੋਵੇਂ ਹੱਥ ਜੋੜ ਕੇ ਤੇ ਆਪਣਾ ਸਿਰ ਨਵਾ ਕੇ ਮੱਥਾ ਟੇਕਿਆ ਇਸਨੇ ਗੁਰੂ ਸਾਹਿਬ ਜੀ ਨੂੰ। ਆਦਰ ਕੀਨ ਵਿਸਾਲ ਗੁਰੂ ਮਹਾਰਾਜ ਨੇ ਵੀ ਲੋਹਾ ਰੀਪਾ ਸਿੱਧ ਦਾ ਬਹੁਤ ਆਦਰ ਸਨਮਾਨ ਕੀਤਾ ਹੈ। ਉਚਰਿਓ ਤੁਮ ਹੋ ਸਿੱਧ ਜੋਗ ਕੇ ਖਾਨਾ। ਤੇ ਕਿਹਾ ਹੈ ਵੀ ਇਹ ਲੋਹਾ ਰੀਪਾ ਸਿੱਧ, ਤੂੰ ਤੇ ਸਿੱਧਾਂ ਵਿੱਚੋਂ ਜੋਗ ਦੀ ਖਾਣ ਹੀ ਹੈ, ਜੋਗ ਦਾ ਖਜ਼ਾਨਾ ਹੀ ਹੈ। ਕਿਉਂਕਿ ਲੋਹਾ ਰੀਪਾ ਸਿੱਧ ਪਹਿਲੀ ਮੁਲਾਕਾਤ ਹੀ ਕੀਤੀ ਹੈ, ਪਹਿਲੀ ਵਾਰੀ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਤੇ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ ਸੀ। ਇਹ ਭਗਤ ਵੀ ਹੋਇਆ ਹੈ ਕਿਉਂਕਿ ਇਹ ਗਿਆਨਵਾਨ ਸੀ, ਸਮਝਦਾਰ ਹੈ ਸੀ ਸਿੱਧ। ਬਾਲੇ ਕੇ ਪੰਕਜ ਆਨਨ ਤੇ। ਭਾਈ ਬਾਲੇ ਦਾ ਜਿਹੜਾ ਮੁਖ ਹੈ ਉਹ ਕਵਲ ਦੀ ਨਿਆਈ ਹੈ। ਇਤਿਹਾਸ ਬਣਿਓ ਮਕਰੰਦ ਸਹਾਇਓ। ਜਿਵੇਂ ਉਹ ਕਵਲ ਫੁੱਲ ਵਿੱਚ ਮਕਰੰਦ ਸੁਗੰਧੀ ਬੜੀ ਸੋਭਨੀਕ ਹੁੰਦੀ ਹੈ, ਭਾਈ ਬਾਲੇ ਦੇ ਕਵਲ ਮੁਖ ਤੋਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਹੈ ਉਹ ਸੁਗੰਧੀ ਵਾਂਗ ਸੋਭਨੀਕ ਹੀ ਬਣ ਰਿਹਾ ਹੈ। ਸ੍ਰੀ ਗੁਰ ਅੰਗਦ ਜੀ ਸੁਨ ਕੈ। ਇੱਧਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਇਹ ਕਥਾ ਦਾ ਸਾਰਾ ਹੀ ਪ੍ਰਸੰਗ ਸੁਣ ਕੇ ਮਨ ਭੌਰ ਭਇਓ ਬਹੁਤ ਹਲਸਾਇਓ। ਮਨ ਜਿਹੜਾ ਮਹਾਰਾਜ ਜੀ ਦਾ ਭੌਰਾ ਹੋ ਗਿਆ ਹੈ, ਬਹੁਤ ਖੁਸ਼ ਹੋਇਆ ਮਨ। ਜਿਵੇਂ ਭੌਰਾ ਜਿਹੜਾ ਕਵਲ ਫੁੱਲ ਦੇ ਉੱਤੇ ਮੰਡਰਾਉਂਦਾ ਰਹਿੰਦਾ ਤੇ ਆਨੰਦਿਤ ਰਹਿੰਦਾ, ਖੁਸ਼ ਰਹਿੰਦਾ ਹੈ, ਗੁਰੂ ਅੰਗਦ ਦੇਵ ਸਾਹਿਬ ਦਾ ਮਨ ਰੂਪੀ ਭੌਰਾ ਇਹ ਬਹੁਤ ਖੁਸ਼ ਹੋ ਗਿਆ ਹੈ। ਪ੍ਰੇਮ ਕੋ ਭੂਰ ਪ੍ਰਕਾਸ਼ ਕੀਓ। ਬਹੁਤ ਜਿਹੜਾ ਪ੍ਰੇਮ ਨੂੰ ਪ੍ਰਗਟ ਕੀਤਾ ਹੈ। ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਗੁਰੂ ਨਾਨਕ ਸਾਹਿਬ ਦੇ ਸੁੰਦਰ ਸਰੂਪ ਦਾ ਧਿਆਨ ਲਗਾਇਆ ਗੁਰੂ ਅੰਗਦ ਦੇਵ ਸਾਹਿਬ ਜੀ ਨੇ। ਹੋਏ ਵਿਦੇਹ ਗਏ ਤਿਹ ਕਾਲ। ਜਦੋਂ ਹੀ ਧਿਆਨ ਲਗਾਇਆ ਉਸੇ ਵੇਲੇ ਵਿਦੇਹ ਹੋ ਗਏ, ਸਰੀਰ ਤੋਂ ਪਰੇ ਹੋ ਗਏ ਗੁਰੂ ਸਾਹਿਬ ਜੀ। ਭਲੇ 10 ਦਵਾਰ ਮੈਂ ਸਵਾਸ ਟਿਕਾਇਓ। ਚੰਗੇ ਜਿਹੜੇ 10ਮ ਦਵਾਰ ਵਿੱਚ ਆਪਣੇ ਸਵਾਸਾਂ ਨੂੰ ਟਿਕਾ ਲਿਆ ਹੈ। ਸ਼ਰੋਤਾ ਗਏ ਉਠ ਆਪਣੇ ਧਾਮਨ। ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਸਵਾਸਾਂ ਨੂੰ 10ਮ ਦਵਾਰ ਵਿੱਚ ਟਿਕਾ ਲਿਆ, ਸਮਾਧੀ ਲੀਨ ਹੋ ਗਏ। ਜਿਹੜੇ ਸਰੋਤੇ ਕਥਾ ਸੁਣਨ ਵਾਲੇ ਸਾਰੇ ਆਏ ਹੋਏ ਸੀ ਉਹ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਰਣ ਬਿਤੀ ਇੱਕ ਦਿਵਸ ਬਿਤਾਇਓ। ਇੱਕ ਤੇ ਕਹਿੰਦੇ ਉਹ ਰਾਤ ਸਾਰੀ ਬੀਤ ਗਈ ਹੈ, ਅਗਲਾ ਦਿਨ ਵੀ ਸਾਰਾ ਬੀਤ ਗਿਆ ਸਮਾਧੀ ਵਿੱਚ ਹੀ। ਫੇਰ ਨਿਸਾ ਭਈ ਦਿਵਸ ਚਰਿਓ। ਫਿਰ ਜਦੋਂ ਰਾਤ ਅਗਲੀ ਫਿਰ ਰਾਤ ਹੋ ਗਈ ਹੈ,
ਦਿਨ ਜਿਹੜਾ ਅਗਲਾ ਫਿਰ ਚੜ ਗਿਆ ਹੈ। ਛਿਟਕਿਓ ਨਹਿ ਧਿਆਨ ਅਖੰਡ ਲਗਾਇਓ। ਐਸੀ ਸਮਾਧੀ ਲੱਗੀ, ਧਿਆਨ ਨਹੀਂ ਛੱਡਿਆ ਗੁਰੂ ਮਹਾਰਾਜ ਨੇ, ਧਿਆਨ ਛੁੱਟ ਗਿਆ ਹੀ ਨਹੀਂ ਹੈ। ਅਖੰਡ ਇੱਕ ਰਸ ਧਿਆਨ ਲਾਇਆ ਹੈ। ਖਾਨ ਨਾ ਪਾਨ ਨਾ ਨਾਨ ਕੀਓ। ਗੁਰੂ ਅੰਗਦ ਦੇਵ ਸਾਹਿਬ ਜੀ ਨਾ ਤੇ ਕੋਈ ਛਕਣਾ ਕੀਤਾ, ਨਾ ਕੁਝ ਪੀਣਾ ਹੀ ਕੀਤਾ ਹੈ, ਨਾ ਇਸ਼ਨਾਨ ਹੀ ਕੀਤਾ। ਸਮਾਧੀ ਵਿੱਚ ਹੀ ਦਿਨ ਲੰਘ ਗਏ ਹਨ। ਨਰ ਆਪਸ ਮੈਂ ਮਿਲ ਬੈਨ ਅਲਾਇਓ। ਇੱਧਰੋਂ ਜਿਹੜੇ ਸਰੋਤੇ ਹੈ, ਹੋਰ ਸੰਗਤ ਮਨੁੱਖ ਹੈ, ਉਹ ਆਪੋ ਵਿੱਚ ਹੀ ਮਿਲ ਕੇ ਬਚਨ ਕਹਿੰਦੇ ਹਨ। ਸ੍ਰੀ ਗੁਰੂ ਅੰਗਦ ਜੀ ਤਜ ਦੇਹ। ਉਹ ਕਹਿੰਦੇ ਵੀ ਇਉਂ ਲੱਗਦਾ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਜਿਹੜੀ ਹੈ ਨਾ, ਦੇਹ ਛੱਡ ਕੇ ਸਰੀਰ ਛੱਡ ਦਿੱਤਾ ਹੈ। ਗਇਓ ਕਰਤਾਰ ਕੇ ਮਦ ਸਮਾਇਓ। ਹੁਣ ਤੇ ਇਉਂ ਹੀ ਲੱਗ ਰਿਹਾ ਵੀ ਕਰਤਾਰ ਪਰਮੇਸ਼ਰ ਦੇ ਵਿੱਚ ਹੀ ਜਿਹੜਾ ਸਮਾ ਗਏ ਹੈ, ਲੀਨ ਹੋ ਗਏ ਹੈ, ਸੱਚਖੰਡ ਚਲੇ ਗਏ ਹਨ। ਭੈ ਕਰ ਕੋ ਨਾ ਬੁਲਾਏ ਸਕੈ। ਉਹ ਜਿੰਨੇ ਸਿੱਖ ਉੱਥੇ ਬੈਠੇ ਹੈ, ਉਹ ਰੋਜ਼ ਆਉਂਦੇ ਹੈ, ਮਹਾਰਾਜ ਦੀ ਸਮਾਧੀ ਵਿੱਚ ਵੇਖ ਲੈਂਦੇ ਹੈ ਬੈਠਿਆਂ ਹੋਇਆਂ, ਤੇ ਪਰ ਭੈ ਡਰ ਜਾ ਕਰਕੇ ਕੋਈ ਬੁਲਾ ਨਹੀਂ ਸਕਦਾ, ਬੁਲਾ ਵੀ ਨਹੀਂ ਰਿਹਾ ਮਹਾਰਾਜ ਜੀ ਨੂੰ। ਟਿਕ ਬੈਠ ਰਹੇ ਨਰ ਜੋ ਤਹ ਜਾਈ। ਜਿਹੜੇ ਵੀ ਨਾਰ ਪੁਰਸ਼ ਉੱਥੇ ਜਾਂਦੇ ਹੈ, ਕੋਲ ਜਿਹਾ ਹੋ ਕੇ ਬੈਠੇ ਰਹਿੰਦੇ ਆ, ਉਂਝ ਬੋਲਦੇ ਨਹੀਂ, ਕੁਝ ਡਰਦੇ। ਸਾਤ ਨਿਸਾਪਨ ਸਾਤ ਹੀ ਬਾਸਰ। ਇਸ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ 7 ਰਾਤਾਂ ਤੇ 7 ਦਿਨ ਬੀਤ ਗਏ ਸਮਾਧੀ ਵਿੱਚ। ਬੀਤ ਗਏ ਤਨ ਸੋਝੀ ਨਾ ਆਈ। 7 ਰਾਤਾਂ 7 ਦਿਨ ਬੀਤ ਗਏ ਹੈ, ਤੇ ਪਰ ਸਰੀਰ ਦੀ ਕੋਈ ਸੋਝੀ ਨਹੀਂ ਆਈ, ਹੋਸ਼ ਹੀ ਨਹੀਂ ਆਈ ਹੈ। ਮਹਾਰਾਜ ਸਤਰਕ ਨਹੀਂ ਹੋਏ ਹਨ। ਲੋਚਨ ਕੀ ਪਲਕਾਂ ਸੋ ਜੁਟੇ। ਨੇਤਰਾਂ ਦੀਆਂ ਜਿਹੜੀਆਂ ਪਲਕਾਂ ਉਸੇ ਤਰ੍ਹਾਂ ਹੀ ਜੁੜੀਆਂ ਹੋਈਆਂ ਹਨ। ਇੱਕ ਆਸਨ ਬੈਠੇ ਅਡੋਲ ਸਹਾਈ। ਇੱਕ ਆਸਣ ਵਿੱਚ ਹੀ ਅਡੋਲ ਸੋਭਨੀਕ ਹੋ ਕੇ ਬੈਠੇ ਹੈ, ਡਾਵਾਂ ਡੋਲ ਨਹੀਂ ਹੋ ਰਹੇ, ਸਰੀਰ 'ਚ ਹਿਲਜੁਲ ਬਿਲਕੁਲ ਨਹੀਂ ਹੋ ਰਹੀ। ਤਾਂ ਪਦ ਪੰਕਜ ਕੋ ਮਮ ਬੰਦਨਾ। ਭਾਈ ਬਾਲਾ ਜੀ ਕਹਿੰਦੇ ਹੈ, ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਐਸੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਉੱਪਰ ਮੇਰੀ ਬੰਦਨਾ ਹੈ, ਨਮਸਕਾਰ ਹੈ। ਸੀਸ ਨਿਵਾਏ ਕਰੋ ਹਿਤ ਲਾਈ। ਹਿਤ ਲਾ ਕੇ, ਪ੍ਰੇਮ ਲਾ ਕੇ ਮੈਂ ਸੀਸ ਨਿਵਾਉਣਾ ਕਰਦਾ ਹਾਂ, ਐਸੇ ਮਹਾਰਾਜ ਜੀ ਨੂੰ ਮੱਥਾ ਟੇਕਦਾ ਹਾਂ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰਦੇ ਸਿੱਧਨ ਚਰਚਾ ਪ੍ਰਸੰਗ ਵਰਨਨ ਨਾਮ 60ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 60 ਅਧਿਆਏ ਸਮਾਪਤ ਹੋ ਗਏ ਹਨ। ਦੋਹਰਾ ਸ੍ਰੀ ਗੁਰ ਪਗ ਹੈ ਸਾਤ ਸਰ। ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਆਰੰਭ ਕਰਦਿਆਂ ਕਹਿ ਰਹੇ, ਸਰੋਤਾ ਜਨੋ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਹੈ ਉਹ ਸ਼ਾਂਤੀ ਦਾ ਸਰੋਵਰ ਹਨ। ਮਨ ਮ੍ਰਿਗ ਤਿਸ ਹੈ ਮਿਲਾਏ। ਮੇਰਾ ਜਿਹੜਾ ਮਨ ਹੈ ਹਿਰਨ ਦੀ ਨਿਆਈ ਹੈ, ਜਿਵੇਂ ਹਿਰਨ ਨਹੀਂ ਨਾ ਟਿਕਦਾ, ਭੱਜਿਆ ਹੀ ਫਿਰਦਾ, ਇਸੇ ਤਰ੍ਹਾਂ ਮਨ ਮਿਰਗ ਦੀ ਨਿਆਈ ਹੈ, ਹਿਰਨ ਦੀ ਨਿਆਈ। ਇਸ ਮਨ ਨੂੰ ਉਸ ਸਰੋਵਰ ਦੇ ਵਿੱਚ ਮਿਲਾ ਕੇ ਨੇੜੇ ਕਰਕੇ ਕਹੂੰ ਕਥਾ ਬਰ ਪਾਵਨੀ। ਜਿਹੜੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਤੇ ਸ੍ਰੇਸ਼ਟ ਕਥਾ ਹੈ ਉਹ ਮੈਂ ਕਹਿੰਦਾ ਹਾਂ। ਜਥਾ ਮੋਰ ਮਤ ਆਏ। ਜਿਸ ਤਰ੍ਹਾਂ ਮੇਰੀ ਬੁੱਧੀ ਵਿੱਚ ਆਏਗੀ, ਜਿਸ ਤਰ੍ਹਾਂ ਮੇਰੀ ਅਕਲ ਮੱਤ ਵਿੱਚ ਇਹ ਕਥਾ ਆਏਗੀ, ਮਹਾਰਾਜ ਦੀ ਸ੍ਰੇਸ਼ਟ ਤੇ ਪਵਿੱਤਰ ਕਥਾ ਮੈਂ ਸਰੋਤਾ ਜਨੋ ਕਹਿੰਦਾ ਹਾਂ। ਸਵਈਆ ਆਠਵੇਂ ਬਾਸੁਰ ਧਿਆਨ ਛਟਾ ਜਬ। ਜਦੋਂ ਗੁਰੂ ਮਹਾਰਾਜ ਦੀ ਸਮਾਧੀ ਲੱਗਿਆ, 8ਵੇਂ ਦਿਨ ਜਾ ਕੇ ਸਮਾਧੀ ਖੁੱਲੀ ਹੈ, ਧਿਆਨ ਛੁੱਟਿਆ ਹੈ। ਕਿਉਂਕਿ ਇਹ ਜਿਹੜਾ ਧਿਆਨ ਜਦੋਂ 10ਵੇਂ ਦਵਾਰ 'ਚ ਲੱਗ ਜਾਂਦਾ ਹੈ ਤੇ ਉਦੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਹੜੇ ਸਵਾਸ ਹੈ ਜਿਵੇਂ 9 ਗੋਲਕਾਂ ਰਾਹੀਂ ਸਾਡੇ ਨਿਕਲਦੇ ਹੈ, ਤੇ ਉਹ 9 ਗੋਲਕਾਂ ਰਾਹੀਂ ਸਵਾਸ ਜਿਹੜੇ ਫਿਰ ਨਿਕਲਦੇ ਨਹੀਂ ਹੈ, ਜਿਹੜੇ ਸਾਰੇ ਸਵਾਸ ਚੜਾ ਕੇ ਸਿੱਧੇ ਆ ਜਿੱਥੇ ਸਹਸਰਨਾਮਾ
ਚੱਕਰ ਹੈ ਸਿਰ ਦੇ ਉੱਪਰ। ਇੱਥੇ 1000 ਪੰਖੜੀਆਂ ਦਾ ਕਵਲ ਹੈ ਸੀਸ ਵਿੱਚ। ਇੱਥੇ ਸਾਰੇ ਸਵਾਸ ਆ ਕੇ ਟਿਕ ਜਾਂਦੇ ਤੇ ਥੱਲੜਾ ਹਿੱਸਾ ਬਿਲਕੁਲ ਨਬਜ ਨਾੜਾਂ ਆਦਿਕ ਸਭ ਬੰਦ ਹੋ ਜਾਂਦੀਆਂ। ਤੇ ਜਿਹੜਾ ਕੋਈ ਵੇਖਣ ਵਾਲਾ ਉਹਨੂੰ ਐਵੇਂ ਲੱਗਦਾ ਵੀ ਇਹ ਹੁਣ ਚੜ੍ਹਾਈ ਕਰ ਗਿਆ ਹੈ। ਜਿਵੇਂ ਸਰੋਤੇ ਵੇਖ ਕੇ ਗੁਰੂ ਅੰਗਦ ਦੇਵ ਸਾਹਿਬ ਨੂੰ ਸੋਚਦੇ ਆ ਵੀ ਲੱਗਦਾ ਮਹਾਰਾਜ ਸੱਚਖੰਡ ਚਲੇ ਗਏ ਆ, ਕਿਉਂਕਿ ਆ ਸਾਡੇ ਸਵਾਸ ਹੈ ਸਾਰੇ ਸਰੀਰ ਵਿੱਚ ਪ੍ਰਵੇਸ਼ ਕੀਤੇ ਹੋਏ ਪ੍ਰਾਣ, ਜਿਹਦੇ ਕਰਕੇ ਸਾਡੀ ਨਬਜ ਚੱਲਦੀ ਹੈ, ਹੋਰ ਨਾੜਾਂ ਹਰਕਤ ਵਿੱਚ ਰਹਿੰਦੀਆਂ, ਦਿਲ ਧੜਕਦਾ ਹੈ। ਜਦੋਂ ਸਮਾਧੀ ਲੀਨ ਹੋ ਜਾਈਦਾ ਦਸਮ ਦਵਾਰ 'ਚ ਸਵਾਸ ਟਿਕ ਜਾਂਦੇ ਹੈ। ਆ ਨੱਕ ਦੇ ਵੀ ਤਾਂ ਹੇਠਾਂ ਉੱਪਰ ਖੋਪੜੀ ਦੇ ਵਿੱਚ, ਫਿਰ ਥੱਲੜੇ ਸਰੀਰ 'ਚ ਕੋਈ ਕਿਰਿਆ ਨਹੀਂ ਹੁੰਦੀ, ਉਹ ਪਿਆ ਰਹਿੰਦਾ ਸਰੀਰ ਹੈ ਜਿਵੇਂ ਮਰ ਗਿਆ ਹੁੰਦਾ ਹੈ। ਪਰ ਜਿਹਨੇ ਸਰੀਰ ਸਵਾਸ ਚੜ੍ਹਾਏ ਹੁੰਦੇ ਉਹਨੂੰ ਸਭ ਪਤਾ ਹੁੰਦਾ ਕੌਣ ਬੋਲ ਰਿਹਾ, ਕੌਣ ਕੀ ਕਰ ਰਿਹਾ ਹੈ। ਦੂਜਾ ਨਹੀਂ ਸਮਝ ਸਕਦਾ, ਦੂਜਾ ਸਮਝ ਕੇ ਚੜ੍ਹਾਈ ਕਰ ਗਿਆ ਹੈ, ਕਿਉਂਕਿ ਨਾ ਨੱਕ ਰਾਹੀਂ ਸਵਾਸ ਆਉਣੇ ਹੈ ਨਾ ਮੂੰਹ ਰਾਹੀਂ ਸਾਹ ਆਉਣਾ ਹੈ। ਪਰ ਕਈ ਕਹਿੰਦੇ ਵੀ ਵੇਖੋ ਜਦੋਂ ਦਸਮ ਦਵਾਰ 'ਚ ਸਵਾਸ ਚੜ੍ਹ ਜਾਂਦੇ ਆ ਉਹਨੂੰ ਆਪਣੇ ਆਪ ਦੀ ਸੋਝੀ ਵੀ ਨਹੀਂ ਹੁੰਦੀ, ਵੀ ਜੇ ਉਹਨੂੰ ਆਪਣੇ ਆਪ ਦੀ ਸੋਝੀ ਨਾ ਹੋਵੇ ਤੇ ਫਿਰ ਉਹ ਆਪਣੇ ਸਵਾਸ ਕਿਵੇਂ ਲਾਵੇਗਾ। ਬੰਦਾ ਆਪਣੇ ਆਪ ਦੀ ਸੋਝੀ ਹੁੰਦੀ ਤਾਂ ਹੀ ਉਹ ਸਵਾਸ ਆਪਣੇ ਲਾ ਲੈਂਦਾ ਹੈ। ਇੱਧਰ ਗੁਰੂ ਮਹਾਰਾਜ ਜੀ ਦੀ 7 ਦਿਨ ਲੰਘੇ ਸਮਾਧੀ ਵਿੱਚ ਧਿਆਨ ਵਿੱਚ ਲੱਗਿਆ ਹੋਇਆ ਹੀ ਜਦੋਂ 8ਵੇਂ ਦਿਨ ਧਿਆਨ ਛੁੱਟਿਆ ਹੈ, ਸਮਾਧੀ ਤੋਂ ਉਥਾਨ ਹੋਏ ਗੁਰੂ ਅੰਗਦ ਦੇਵ ਸਾਹਿਬ ਜੀ। ਦੇਹ ਦਿਖੈ ਤਬ ਹੀ ਸੁਧ ਆਈ, ਸਰੀਰ ਵਿੱਚ ਉਸੇ ਵੇਲੇ ਜਿਹੜੀ ਸੁੱਧ ਹੋਸ਼ ਆ ਗਈ ਹੈ, ਸਤਰਕ ਹੋ ਗਏ ਹਨ। ਲੋਚਨ ਸੁੰਦਰ ਯੋ ਬਿਕਸੇ, ਜਦੋਂ ਨੇਤਰ ਖੋਲੇ ਹੋਏ ਉਹ ਸੋਹਣੇ ਨੇਤਰ ਮਹਾਰਾਜ ਜੀ ਤੇ ਇਵੇਂ ਖਿੜੇ ਹਨ। ਹਰ ਬਿੰਦ ਪ੍ਰਫੁੱਲਤ ਜਾਂ ਸ਼ਬ ਛਾਈ, ਜਿਵੇਂ ਕਵਲ ਫੁੱਲ ਸੂਝ ਚੜ੍ਹਨ ਤੇ ਖਿੜਦਾ ਹੈ, ਉਹਦੀ ਬੜੀ ਛਬੀ ਛਾਉਂਦੀ, ਬਹੁਤ ਰੰਗ ਲਾਉਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦੇ ਜਿਹੜੇ ਸੋਹਣੇ ਨੇਤਰ ਹਨ ਉਹ ਕਵਲ ਫੁੱਲ ਵਾਂਗ ਖਿੜਿਆ, ਬਹੁਤ ਛਵੀ ਛਾ ਰਹੀ ਹੈ, ਸੁੰਦਰਤਾ ਛਾ ਰਹੀ ਨੇਤਰਾਂ ਵਿੱਚ। ਮੱਜਨ ਕੋ ਕਰ ਭੋਜਨ ਪਾਏ, 8ਵੇਂ ਦਿਨ ਸਮਾਧੀ ਤੋਂ ਉੱਠਦਿਆਂ ਸਾਰੀ ਮਹਾਰਾਜ ਨੇ ਇਸ਼ਨਾਨ ਕੀਤਾ ਹੈ, ਫਿਰ ਲੰਗਰ ਵਿੱਚ ਜਾ ਕੇ ਭੋਜਨ ਪਾਇਆ ਹੈ, ਛਕਣਾ ਕੀਤਾ ਹੈ। ਸੀਨੇ ਹੈ ਆਸਨ ਪੈ ਸੁਖਦਾਈ, ਸੁੱਖਾਂ ਨੂੰ ਦੇਣ ਵਾਲੇ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਤਾ ਗੱਦੀ ਵਾਲੇ ਆਸਣ ਉੱਪਰ ਆ ਬੈਠੇ ਹਨ। ਦੇਹ ਸਜਾ ਤਨ ਸਾਤ ਧਰਾ, ਭਾਈ ਬਾਲਾ ਜੀ ਕਹਿ ਰਹੇ ਹੈ, ਭਾਈ ਸੰਤੋਖ ਸਿੰਘ ਜੀ ਕਹਿ ਰਹੇ ਵੀ ਜੋ ਗੁਰੂ ਸਾਹਿਬ ਦਾ ਸਰੀਰ ਤੇ ਐਸਾ ਸਜ ਰਿਹਾ ਹੈ ਮਾਨੋ ਉਹ ਜਿਹੜਾ ਸਰੀਰ ਹੈ ਸ਼ਾਂਤੀ ਨੇ ਸਰੀਰ ਧਾਰਨ ਕੀਤਾ ਗੁਰੂ ਮਹਾਰਾਜ ਜੀ ਦਾ। ਕਿ ਖਿਮਾ ਇਹ ਆਪਨੋ ਵੇਖ ਬਨਾਈ, ਅਥਵਾ ਜੋ ਖਿਮਾ ਸਹਾਰਨ ਸ਼ਕਤੀ ਹੈ ਉਸਨੇ ਆਪਣਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਾਲਾ ਭੇਖ ਬਣਾਇਆ। ਭਾਵੋ ਜੋ ਸਰੀਰ ਬੈਠਾ ਨਾ ਗੁਰੂ ਅੰਗਦ ਦੇਵ ਸਾਹਿਬ ਜੀ ਉਹਦੇ ਸ਼ਾਂਤੀ ਬੈਠੀ ਹੈ ਜਾਂ ਖਿਮਾ ਹੀ ਬੈਠੀ ਹੈ। ਦੋਹਰਾ ਸਰੋਤਾ ਬਖਤਾ ਜਿਹਦੇ, ਜਿਹੜੇ ਸਰੋਤੇ ਸਨ ਸੁਣਨ ਵਾਲੇ ਕਥਾ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਮਰਦਾਸ ਜੀ, ਭਾਈ ਜੀਵਾ, ਇਸ ਤਰ੍ਹਾਂ ਜਿਹੜੇ ਸਰੋਤਾ ਤੇ ਬਖਤਾ ਭਾਈ ਬਾਲਾ ਆਦਿਕ ਹੋਰ ਭਾਈ ਪੈੜਾ ਮੋਖਾ ਲਿਖਣ ਵਾਲੇ ਸਨ। ਜੋ ਲੀਨੇ ਸਰਬ ਹਕਾਰ, ਗੁਰੂ ਅੰਗਦ ਦੇਵ ਸਾਹਿਬ ਜੀ ਆਸਣ ਉੱਪਰ ਬੈਠ ਕੇ ਸਾਰਿਆਂ ਨੂੰ ਸੱਦ ਲਿਆ ਸਰੋਤਿਆਂ ਨੂੰ। ਬੋਲੇ ਸ੍ਰੀ ਅੰਗਦ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਚਨ ਬੋਲੇ ਹਨ। ਕਥਾ ਸੁਣਨਾ ਧਰ ਪਿਆਰ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਨ ਵਾਸਤੇ ਬਹੁਤ ਹੀ ਪ੍ਰੇਮ ਪਿਆਰ ਧਾਰ ਕੇ ਕਬੇ ਐਸੇ ਗੁਰੂ ਭਾਖੀ ਵਾਲਾ ਕਹੋ ਅਬ ਸਾਖੀ ਇਹ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਬੰਧ ਵਿੱਚ ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ ਵੀ ਭਾਈ ਬਾਲਾ ਜੀ ਆ ਜਿਹੜੀ ਸਾਖੀ ਸਿੱਧਾਂ ਦੀ ਸੁਣਾ ਰਹੇ ਹੋ ਤੁਸੀਂ ਅੱਗੇ ਕਹੋ। ਹੋਈ ਹੈ ਹਦੂਰ ਤੇਰੇ ਸਭੈ ਸੋ ਕਹੀ ਜੀਏ, ਕਿਉਂਕਿ ਸਾਰੀ ਸਾਖੀ ਤੁਹਾਡੇ ਹਜ਼ੂਰੀ ਵਿੱਚ ਸਾਹਮਣੇ ਹੋਈ ਹੈ,
ਤੁਹਾਨੂੰ ਸਭ ਪਤਾ, ਚੰਗੀ ਤਰ੍ਹਾਂ ਉਹ ਕਹਿ ਕੇ ਸੁਣਾਈਏ। ਸੁਦਾ ਇਤਿਹਾਸ ਗੁਰ ਆਵਾ ਤੁਝ ਪਾਸ। ਕਿਉਂਕਿ ਗੁਰੂ ਮਹਾਰਾਜ ਜੀ ਦਾ ਜਿਹੜਾ ਇਹ ਇਤਿਹਾਸ ਹੈ ਅੰਮ੍ਰਿਤ ਦੀ ਨਿਆਈ ਹੈ, ਤੇ ਤੁਹਾਡੇ ਪਾਸ ਇਹ ਇਤਿਹਾਸ ਆਇਆ ਹੋਇਆ ਹੈ ਭਾਈ ਬਾਲਾ ਜੀ। ਸਭ ਔਰ ਕੋ ਸੁਨਾਏ ਨਾ ਅਗਾਏ ਨਿਤ ਪੀਜੀਏ। ਸਾਰਿਆਂ ਨੂੰ ਤੁਸੀਂ ਜਿਹੜਾ ਹੋਰਨਾਂ ਨੂੰ ਵੀ ਸੁਣਾਓ, ਮੇਰਾ ਆਪ ਹੀ ਨਾ ਸਦਾ ਰੱਜ ਕੇ ਛਕੀ ਜਾਓ ਇਹ ਅੰਮ੍ਰਿਤ ਰੂਪੀ ਇਤਿਹਾਸ, ਅਥਵਾ ਵੀ ਨਿਤ ਹੋਰਨਾਂ ਨੂੰ ਸੁਣਾ ਕੇ ਫਿਰ ਤ੍ਰਿਪਤ ਹੋ ਕੇ ਫਿਰ ਆਪ ਪੀਣਾ ਕਰੋ ਇਸ ਇਤਿਹਾਸ ਨੂੰ। ਬਾਲਾ ਕਹਿ ਐਸੇ ਹੋਈ ਮੋਹਿ ਢਿਗ ਬੈਸੇ। ਭਾਈ ਬਾਲਾ ਜੀ ਕਹਿੰਦੇ ਵੀ ਉਸ ਵੇਲੇ ਇਸ ਤਰ੍ਹਾਂ ਹੋਈ ਹੈ ਜਿਵੇਂ ਜਦੋਂ ਹੋਈ ਹੈ ਮੇਰੇ ਕੋਲ ਹੀ ਆ ਕੇ ਸਾਰੇ ਸਿੱਧ ਬੈਠੇ ਸਨ। ਸਭ ਜਸ ਵਿਦ ਭਈ ਤੈਸੇ ਬਰ ਨ ਸੁਨੀਜੀਏ। ਜਿਸ ਤਰ੍ਹਾਂ ਉਸ ਵੇਲੇ ਸਾਰੀ ਵਿਧੀ ਢੰਗ ਤਰੀਕਾ ਹੋਇਆ, ਇਹ ਸਰੋਤਾ ਜਨੋ ਮਹਾਰਾਜ ਮੈਂ ਉਸੇ ਤਰ੍ਹਾਂ ਕਹਿਣਾ ਹਾਂ ਆਪ ਸੁਣੀਏ। ਬਾਲਾ ਜਾਂ ਅਲਾਏ ਪੈੜਾ ਲਿਖਤ ਬਣਾਏ। ਭਾਈ ਬਾਲਾ ਐਵੇਂ ਕਹੀ ਜਾਂਦੇ ਕਥਾ, ਭਾਈ ਪੈੜਾ ਮੁਖਾ ਬਣਾ ਸਵਾਰ ਕੇ ਸੋਹਣੀ ਕਲਮ ਨਾਲ ਲਿਖੀ ਜਾਂਦੇ ਹਨ। ਗੁਰੂ ਅੰਗਦ ਸੁਨਾਏ ਸੋ ਤੁਮ ਸੁਨ ਲੀਜੀਏ। ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਸੁਣਾਈ ਜਾ ਰਹੇ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਇਹ ਸਰੋਤਾ ਜਨੋ ਗੁਰੂ ਕੀ ਸੰਗਤ ਜੀ ਜਿਵੇਂ ਉਹ ਸੁਣਾਈ ਹੈ ਗੁਰੂ ਮਹਾਰਾਜ ਜੀ ਨੂੰ ਕਥਾ ਭਾਈ ਬਾਲਾ ਜੀ ਨੇ, ਹੁਣ ਤੁਸੀਂ ਵੀ ਅੱਗੋਂ ਸੁਣ ਲਓ ਉਸੇ ਤਰ੍ਹਾਂ ਹੀ। ਸ੍ਰੀ ਬਾਲਾ ਸੰਦਰਵਾਚ ਦੋਹਰਾ ਲੋਹੇ ਰੀਪਾ ਹਰਖ ਬਹੁਤ। ਜਦੋਂ ਗੁਰੂ ਸਾਹਿਬ ਜੀ ਨਾਲ ਚਰਚਾ ਹੋਈ ਲੋਹਾ ਰੀਪਾ ਸਿੱਧ ਦੀ, ਮਹਾਰਾਜ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਇਆ ਇਹ ਸਿੱਧ। ਜਾਣਿਓ ਸਫਲ ਸਰੀਰ। ਆਪਣਾ ਜਿਹੜਾ ਇਹ ਮਨੁੱਖਾ ਸਰੀਰ ਹੈ ਵੀ ਜੋ ਜਨਮ ਲਿਆ ਇਹ ਸਫਲ ਹੋਇਆ ਜਾਣਿਆ ਇਸ ਨੇ। ਸੁਭਗ ਵਾਕ ਗੋਸਟ ਕਰੀ। ਸ੍ਰੇਸ਼ਟ ਜਿਹੜੇ ਵਾਕ ਬਚਨਾਂ ਨਾਲ ਗਿਆਨ ਦੀ ਗੋਸ਼ਟ ਕੀਤੀ ਹੈ, ਗਿਆਨ ਦੀ ਚਰਚਾ ਕੀਤੀ ਹੈ। ਬੈਠ ਗੁਰੂ ਕੇ ਤੀਰ। ਇਹ ਲੋਹਾ ਰੀਪਾ ਸਿੱਧ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕਰਕੇ ਸਵਈਆ ਹੋਏ ਵਿਦਾ ਪਨ ਗੋਰਖ ਕੇ। ਫਿਰ ਮਹਾਰਾਜ ਜੀ ਪਾਸੋਂ ਵਿਦਾ ਹੋ ਕੇ ਲੋਹਾ ਰੀਪਾ ਮੱਥਾ ਟੇਕ ਕੇ ਤੇ ਜੋ ਗੋਰਖ ਹੈ ਇਹਨਾਂ ਦਾ ਗੁਰੂ ਉਹਦੇ ਕੋਲ ਜਾਏ ਆਦੇਸ਼ ਆਦੇਸ਼ ਕਰੀ। ਗੋਰਖ ਗੇ ਢਿੱਗ ਇੱਥੇ ਵਿਸ਼ਰਾਮ ਹੈ ਤੇ ਜਾਏ ਆਦੇਸ਼ ਜਾ ਕੇ ਗੋਰਖਨਾਥ ਦੇ ਕੋਲ ਵੀ ਹੇ ਗੋਰਖਨਾਥ ਗੁਰੂ ਜੀ ਤੁਹਾਨੂੰ ਆਦੇਸ਼ ਹੋਵੇ, ਤੁਹਾਨੂੰ ਨਮਸਕਾਰ ਹੋਵੇ ਕੀਤੀ ਹੈ। ਪੂਰਨ ਭਾ ਅਵਤਾਰ ਸਹੀ। ਇਹ ਵੀ ਸਹੀ ਹੈ ਨਿਸ਼ਚੈ ਰੂਪ ਹੀ ਉਹ ਨਾਨਕ ਤਪਾ ਜੀ ਤੇ ਪਰਮੇਸ਼ਰ ਦਾ ਅਵਤਾਰ ਪੂਰਨ ਹੋਇਆ ਹੈ। ਭਵ ਤਾਰਨ ਕੋ ਪਗ ਧੂਰ ਤਰੇ। ਸੰਸਾਰ ਨੂੰ ਤਾਰਨ ਵਾਸਤੇ ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜੀ ਹੈ ਉਹਦੇ ਬੇੜੀ ਸਮਾਨ ਹੈ। ਜਿਹੜਾ ਉਹ ਧੂੜੀ ਨੂੰ ਲੈ ਲਵੇਗਾ ਸੰਸਾਰ ਸਮੁੰਦਰ ਤੋਂ ਤਰ ਜਾਏਗਾ ਪਾਰ। ਕੋਏ ਨਾ ਤਾਹੇ ਸਮਾਨ ਲਖੋਂ ਕਿਤ। ਮੈਂ ਤੇ ਗੋਰਖਨਾਥ ਗੁਰੂ ਜੀ ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਮਾਨ ਹੋਰ ਕਿਤੇ ਨਹੀਂ ਜਾਣਦਾ, ਕਿਸੇ ਨੂੰ ਹੋਰ ਨਹੀਂ ਕੋਈ ਸਮਝਦਾ ਵੀ ਉਹਨਾਂ ਦੇ ਬਰਾਬਰ ਦਾ ਹੋਵੇਗਾ। ਜਾਂ ਮਿਲ ਮਦ ਕਬੁੱਧ ਟਰੀ। ਜਿਨ੍ਹਾਂ ਨੂੰ ਮਿਲ ਕਰਕੇ ਮੇਰੀ ਖੋਟੀ ਬੁੱਧੀ ਖੋਟੀ ਅਕਲ ਅੱਜ ਟਲ ਗਈ ਹੈ। ਕੋ ਨਹਿ ਜੀਤਾ ਨਾ ਕੋ ਸਮਰੱਥ। ਮੈਂ ਤੇ ਸਿੱਧਾ ਸਪਸ਼ਟ ਹੀ ਕਹਿਣਾ ਵੀ ਸਾਡੇ ਸਿੱਧਾਂ ਵਿੱਚੋਂ ਉਹਨਾਂ ਨੂੰ ਜਿੱਤਣ ਵਿੱਚ ਕੋਈ ਸਮਰੱਥ ਐਸਾ ਤਾਕਤ ਵਾਲਾ ਨਹੀਂ ਹੈ। ਪੁਨ ਗੋਰਖ ਯੋ ਉਚਰੀ। ਗੋਰਖਨਾਥ ਨੇ ਜਿਵੇਂ ਇਵੇਂ ਲੋਹਾ ਰੀਪਾ ਆਪਣੇ ਸਿੱਧ ਦੇ ਬਚਨ ਸੁਣੇ ਫਿਰ ਇਸ ਤਰ੍ਹਾਂ ਕਿਹਾ। ਕਬਿਤ ਬੈਸ ਢਿਗ ਆਈਏ ਮੁਖ ਤੂਸ਼ਨ ਕਰੀਏ। ਐ ਵੀ ਲੋਹਾ ਰੀਪਾ ਕੋਲ ਮੇਰੇ ਕੋਲ ਆ ਕੇ ਇੱਥੇ ਬੈਠ ਤੇ ਮੁੱਖੋਂ ਜਿਹੜਾ ਚੋਪੀ ਕੀਤਾ ਰਹੋ। ਨਹ ਔਰ ਕੋ ਸੁਨਈਏ ਜੇ ਕਰੈ ਅਭਿਮਾਨ ਕੋ। ਆ ਜਿਹੜੇ ਸਾਡੇ ਨਾਲ ਦੇ ਸਾਥੀ ਸਿੱਧ ਹੈ ਜਿਨ੍ਹਾਂ ਨੂੰ ਬਹੁਤ ਹੀ ਹੰਕਾਰ ਚੜਿਆ ਹੋਇਆ ਹੈ ਤੇ ਇਹਨਾਂ ਦੇ ਕੋਲ ਨਾ ਕੁਝ ਸੁਣਾਈਏ, ਹੋਰ ਕਿਸੇ ਨੂੰ ਕੁਝ ਨਾ ਸੁਣਾਈਏ। ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ। ਅੱਜ ਜਦੋਂ ਇਹਨਾਂ ਦਾ ਚਰਚਾ ਕਰਾਵਾਂਗੇ ਉਹਨਾਂ ਨਾਲ
ਤੇ ਇਹਨਾਂ ਦਾ ਸਾਰਾ ਮਾਣ ਮਿਟ ਜਾਏਗਾ। जानत सो नहीं अब हमारे समान को। ਕਿਉਂਕਿ ਹੁਣ ਇਹ ਜਾਣਦੇ ਐ ਵੀ ਸਾਡੇ ਸਮਾਨ ਤੇ ਹੋਰ ਕੋਈ ਸ਼ਕਤੀ ਵਾਲਾ ਹੈ ਨਹੀਂ ਹੈ, ਸਾਡੇ ਵਰਗਾ ਗਿਆਨੀ ਜੋਗੀ ਤੇ ਹੈ ਹੀ ਨਹੀਂ ਹੈ। ਅਸੀਂ ਕਿਸੇ ਨੂੰ ਕੀ ਸਮਝਦੇ ਹਾਂ। गोरख अलाए सिद्ध लीने हैं बुलाए सब। ਉਸ ਵੇਲੇ ਗੋਰਖਨਾਥ ਨੇ ਕਹਿ ਕਰਕੇ ਸਾਰੇ ਜਿਹੜੇ 84 ਸਿੱਧ ਕੋਲ ਬੁਲਾ ਲਏ ਹਨ। वैसे आए आए का अधेसत महान को। ਮਹਾਨ ਜੋ ਗੋਰਖਨਾਥ ਹੈ ਉਹਨੂੰ ਆ ਕੇ ਸਾਰੇ ਸਿੱਧ ਵੀ ਤੁਹਾਨੂੰ ਆਦੇਸ਼ ਹੋਵੇ, ਨਮਸਕਾਰ ਹੋਵੇ ਕਹਿ ਕੇ ਬੈਠ ਗਏ ਹਨ। गोरख उचारी तुम सिद्ध कला तारी। ਗੋਰਖਨਾਥ ਨੇ ਕਿਹਾ ਵੀ ਸਿੱਧੋ ਨਾਥੋ ਤੁਸਾਂ ਨੇ ਬਹੁਤ ਜਿਹੜੀ ਸ਼ਕਤੀ ਧਾਰੀ ਹੋਈ ਹੈ, ਬਹੁਤ ਸ਼ਕਤੀਆਂ ਦੇ ਮਾਲਕ ਹੋ। को जीते बाद कारी जाए नानक सुजान को। ਜੋ ਨਾਨਕ ਤਪਾ ਬਹੁਤ ਸੁਗੜ ਸੁਜਾਨ ਹੈ, ਉਹਨਾਂ ਨੂੰ ਜਾ ਕੇ ਤੁਹਾਡੇ 'ਚ ਕੋਈ ਹੈ ਜਿਹੜਾ ਵੀ ਜਿੱਤੇ ਚਰਚਾ ਕਰਕੇ ਝਗੜਾ ਕਰਕੇ। सवैया या सुन भंगर नाथ उठियो। ਇਉਂ ਸੁਣ ਕੇ ਜਿਹੜਾ ਭੰਗਰ ਨਾਥ ਬੜਾ ਤੇਜ ਤਰਾਰਾ ਹੰਕਾਰੀ ਉਹ ਉੱਠਿਆ ਹੈ। मुझ आयस देहो बिलो कहाँ जाई। ਕਹਿੰਦਾ ਵੀ ਗੋਰਖਨਾਥ ਗੁਰੂ ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਵੇਖਦਾ ਉਹ ਨਾਨਕ ਤਪੇ ਨੂੰ। को समरथ अर हमारे संग। ਅਸੀਂ ਬੜੇ ਸ਼ਕਤੀਆਂ ਵਾਲੇ ਆ, ਕਿਹੜਾ ਇੰਨੀ ਤਾਕਤ ਵਾਲਾ ਕੌਣ ਹੈ ਸਮਰੱਥ ਐਸਾ ਜਿਹੜਾ ਸਾਡੇ ਨਾਲ ਅੜੇ। या कल काल ना देत दिखाई। ਇਸ ਕਲਯੁਗ ਦੇ ਸਮੇਂ ਵਿੱਚ ਤੇ ਸਾਡੇ ਵਰਗਾ ਸ਼ਕਤੀਆਂ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ ਸਾਨੂੰ। कै तो हटाए कै पाछे पठाए हाँ। ਕਹਿੰਦਾ ਵੀ ਅਥਵਾ ਮੈਂ ਤੇ ਉਹਨਾਂ ਨੂੰ ਹਟਾ ਕੇ ਨਾ ਮੋੜ ਕੇ ਪਿੱਛੇ ਭੇਜ ਕੇ ਹੀ ਆਵਾਂਗਾ। ना तुर आनो गो पाए लगाई। ਨਹੀਂ ਤਾਂ ਫਿਰ ਉਹਨਾਂ ਨੂੰ ਚੇਲਾ ਕਰਕੇ ਤੇ ਤੁਹਾਡੇ ਕੋਲ ਲੈ ਹੀ ਆਵਾਂਗਾ, ਤੁਹਾਡੇ ਚਰਨੀ ਪਾਈ ਦਵਾਂਗਾ। तारना तोरना की शक्ति मामा। ਕਿਉਂਕਿ ਗੋਰਖਨਾਥ ਗੁਰੂ ਜੀ ਆ ਆਕਾਸ਼ ਦੇ ਤਾਰੇ ਨੂੰ ਤੋੜਨ ਦੀ ਮੇਰੇ ਵਿੱਚ ਸ਼ਕਤੀ ਹੈ। ओ बपुरा नर धीर तराई। ਫਿਰ ਆ ਵਿਚਾਰਾ ਮਨੁੱਖ ਭਲਾ ਕੋਈ ਕੀ ਹੈ ਜਿਹੜਾ ਧੀਰਜ ਹੌਸਲਾ ਰੱਖੇ। सवैया गोरख आयस देत पयो। ਗੋਰਖਨਾਥ ਨੇ ਉਸੇ ਵੇਲੇ ਆਗਿਆ ਦੇ ਦਿੱਤੀ ਹੈ तुम जीत जाए कै बाद उचारो। ਵੀ ਚਲਾ ਜਾ ਭੰਗਰਨਾਥ, ਜਾ ਕੇ ਉਹਨਾਂ ਨਾਲ ਚਰਚਾ ਕਰ, ਚਰਚਾ ਦੇ ਬਚਨ ਕਹਿ ਤੇ ਉਹਨਾਂ ਨੂੰ ਤੂੰ ਜਿੱਤ ਲਾ। बोलन मैं सब भांत परबीन हो। ਤੁਸੀਂ ਬੋਲਣ ਵਿੱਚ ਸਭ ਤਰ੍ਹਾਂ ਨਾਲ ਸਿਆਣੇ ਵੀ ਹੋ। पंथ मैं आना जैस निहारो। ਭੰਗਰਨਾਥ ਜਿਸ ਤਰ੍ਹਾਂ ਤੂੰ ਠੀਕ ਵੇਖਦਾ ਹੈ ਤੇ ਜਾ ਕਰਕੇ ਉਹਨਾਂ ਨੂੰ ਆਪਣੇ ਜਿੱਤ ਕੇ ਆਪਣੇ ਪੰਥ ਵਿੱਚ ਲੈ ਆ। श्रवण पर सांस सुनी ਗਰਬਿਓ ਔਰ। ਜਦੋਂ ਭੰਗਰਨਾਥ ਨੇ ਆਪਣੇ ਕੰਨਾਂ ਵਿੱਚ ਆਪਣੀ ਮਹਿਮਾ ਪ੍ਰਸ਼ੰਸਾ ਸੁਣੀ ਹੈ, ਹਿਰਦੇ ਵਿੱਚ ਬੜਾ ਗਰਭ ਹੰਕਾਰ ਚੜ ਗਿਆ ਹੈ। ਭੰਗਰ ਤੂਰਨ ਕੀਨ ਪਧਾਰੋ। ਭੰਗਰਨਾਥ ਆਪਣੇ ਯੋਗ ਦੇ ਬਲ ਨਾਲ ਬੜੀ ਛੇਤੀ ਚੱਲਣਾ ਕੀਤਾ। ਮੂਰਖ ਭੇਦ ਨਾ ਜਾਣਤ ਯੋ। ਭਾਈ ਬਾਲਾ ਜੀ ਕਹਿ ਰਹੇ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਮੂਰਖ ਭੰਗਰਨਾਥ ਹੋ, ਮਹਾਰਾਜ ਜੀ ਦਾ ਭੇਦ ਨਹੀਂ ਜਾਣਦਾ। ਨਿਗਮਾਗਮ ਕੋ ਇਹ ਰੂਪ ਪਧਾਰੋ। ਵੀ ਨਿਗਮ ਜਿਹੜੇ ਵੇਦ ਹੈ, ਆਗਮ ਜਿਹੜੇ ਸ਼ਾਸਤਰ ਹੈ, ਇਹਨਾਂ ਦੇ ਤੇ ਗੁਰੂ ਨਾਨਕ ਸਾਹਿਬ ਜੀ ਜੋ ਰੂਪ ਹੈ ਆਧਾਰ ਆਸਰਾ ਹੀ ਹੈ। ਗੁਪਤ ਪ੍ਰਗਟ ਦਾ ਗੁਰੂ ਨਾਨਕ ਸਾਹਿਬ ਜੀ ਦੇ ਆਧਾਰ ਆਸਰਾ ਹਨ। ਸ੍ਰੀ ਗੁਰੂ ਜੀ ਗਮਨੇ ਇਤ ਆਗੇ ਕੋ। ਉਧਰ ਤੇ ਸਲਾਵਾਂ ਸਿੱਧਾਂ ਦੀਆਂ ਹੋ ਰਹੀਆਂ, ਇੱਧਰ ਜਿਹੜੇ ਗੁਰੂ ਮਹਾਰਾਜ ਅੱਗੇ ਨੂੰ ਚੱਲੇ ਐ। ਮੰਦ ਹੀ ਮੰਦ ਸੋ ਚਾਲ ਸੁਹਾਈ। ਗੁਰੂ ਸਾਹਿਬ ਜੀ ਦੀ ਜਿਹੜੀ ਚਾਲ ਤੋਰ ਹੈ ਬੜੀ ਸੋਭਨੀਕ ਤੇ ਹੌਲੀ ਹੌਲੀ ਚੱਲਦੇ ਹਨ। ਉੱਚੇ ਗਏ ਜਬ ਹੀ ਬਹੁਤੇ। ਜਦੋਂ ਮਹਾਰਾਜ ਬਹੁਤ ਉੱਚੇ ਚਲੇ ਗਏ ਐ। ਮਰਦਾਨੇ ਤਬੈ ਮੁਖ ਬਾਣੀ ਅਲਾਈ। ਭਾਈ ਮਰਦਾਨਾ ਜੀ ਨੇ ਉਸ ਵੇਲੇ ਮੁਖੋਂ ਬਚਨ ਕਿਹਾ। ਦੇਖ ਰਹਿਓ
ਨਿਜ ਲੋਚਨ ਸੰਗ। ਮਹਾਰਾਜ ਮੈਂ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹਾਂ। ਮੈਂ ਅੰਕ ਅਬੈ ਨਹ ਦੇਤ ਦਿਖਾਈ। ਪਹਿਲਾਂ ਤੇ ਸੂਰਜ ਨਹੀਂ ਸੀ ਦੇਖ ਰਿਹਾ, ਹੁਣ ਚੰਦਰਮਾ ਨਹੀਂ ਕਿਤੇ ਦਿਖਾਈ ਦੇ ਰਿਹਾ। ਉਪਰ ਹੈ ਕਿ ਨਹੀਂ ਇਸ ਥਾਨ। ਮਹਾਰਾਜ ਇਹ ਜਿਹੜੇ ਥਾਂ ਤੇ ਆਪਾਂ ਆ ਗਏ, ਇੱਥੋਂ ਵੀ ਕੋਈ ਉੱਚਾ ਥਾਂ ਹੈ? ਕਹਾਂ ਲਗ ਜਾਵੋ ਦੇਹੋ ਬਤਾਈ। ਤੁਸੀਂ ਕਿੱਥੋਂ ਤੱਕ ਜਾਓਗੇ ਉਹ ਵੀ ਮੈਨੂੰ ਮਰਦਾਨੇ ਨੂੰ ਦੱਸ ਦਿਓ। ਸੁਨ ਕੈ ਗੁਣ ਐਨ ਭਨੇ ਮੁਖ ਬੈਨ। ਗੁਣਾ ਦੇ ਘਰ ਮਹਾਰਾਜ ਭਾਈ ਮਰਦਾਨੇ ਦੇ ਬਚਨ ਸੁਣ ਕੇ ਇਸ ਤਰ੍ਹਾਂ ਮੁਖੋਂ ਬਚਨ ਕਹੇ। ਰਹਿਓ ਪਤ ਰਹਿਨ ਸੋ ਨੀਚੇ ਹਮਾਰੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੋ ਆ ਰਾਤ ਦਾ ਮਾਲਕ ਹੈ ਨਾ, ਰਾਤ ਦਾ ਪਤੀ ਚੰਦਰਮਾ, ਉਹ ਤੇ ਸਾਡੇ ਥੱਲੇ ਰਹਿ ਗਿਆ, ਹੇਠਾਂ ਰਹਿ ਗਿਆ ਹੈ। ਜੁਗ ਸੂਰਜ ਚੰਦ ਪ੍ਰਕਾਸ਼ਕ ਕੇ ਜੇ ਜਗ। ਜਿਹੜੇ ਸੰਸਾਰ ਦੇ ਵਿੱਚ ਸੂਰਜ ਦੇ ਚੰਦਰਮਾ ਪ੍ਰਕਾਸ਼ ਕਰਨ ਵਾਲੇ ਦੋ ਦੀਵੇ ਹਨ। ਨੈਣ ਤਰੇ ਕਰ ਲਿਹੋ ਨਿਹਾਰੇ। ਜੇ ਉਹਨਾਂ ਨੂੰ ਵੇਖਣਾ ਚਾਹੁੰਦਾ ਹੈ ਤੇ ਆਪਣੇ ਨੇਤਰ ਥੱਲੇ ਕਰਕੇ ਦੇਖ ਲਾ। ਪੁਨ ਔਰੰਗ ਸਥਾਨ ਜੋ ਬੂਝਤ ਉਪਰ। ਹੋਰ ਜੋ ਤੂੰ ਪੁੱਛਦਾ ਹੈ ਉੱਪਰਲੇ ਸਥਾਨ ਵੀ ਮਹਾਰਾਜ ਜਿੱਥੇ ਆਪਾਂ ਆ ਗਏ ਇੱਥੋਂ ਵੀ ਕੋਈ ਉੱਚਾ ਥਾਂ ਹੈ ਬਹੁਰੂਰੇ ਅਨੇਕ ਪ੍ਰਕਾਰੇ। ਉਹ ਤੇ ਅਨੇਕਾਂ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਥਾਂ ਇਸ ਤੋਂ ਉੱਪਰ। ਜਹਾਂ ਮੇਰ ਕੋ ਸ਼ੇਖਰ ਸਿੱਧ ਰਹਿਤ ਹੈ। ਜਿੱਥੇ ਆ ਸਮੇਰ ਪਰਬਤ ਦੀ ਚੋਟੀ ਤੇ ਸਾਰੇ ਸਿੱਧ ਰਹਿੰਦੇ ਆ 84 ਨੌਨਾਥ। ਹੈ ਸ਼ਕਤੀ ਜਨ ਬੀਜ ਉਦਾਰੇ। ਜਿਨ੍ਹਾਂ ਵਿੱਚ ਬਹੁਤ ਜ਼ਿਆਦੀ ਸ਼ਕਤੀ ਸਮਰੱਥਾ ਤਾਕਤ ਹੈ। ਕਾਕ ਪਸੁੰਡ ਤੇ ਆਦ ਰਖੀ ਸੁਰ। ਉਹਨਾਂ ਤੋਂ ਉੱਪਰ ਜਿਹੜਾ ਕਾਕ ਪਸੁੰਡ ਰਿਖੀ ਹੈ, ਇਸ ਤੋਂ ਆਦ ਰਿਖੀਆਂ ਦੇ ਵੱਡੇ ਰਿਖੀ। ਤਾਂ ਦਰਸੋ ਸੁਣੀਏ ਮਰਦਾਨਾ। ਹੇ ਮਰਦਾਨਾ ਬਚਨ ਸਾਡਾ ਸੁਣੀਏ, ਤੂੰ ਉਹਨਾਂ ਦੇ ਵੀ ਦਰਸ਼ਨ ਕਰੇਗਾ। ਧਰੂ ਪ੍ਰਹਿਲਾਦ ਵੱਡੇ ਜਨ ਦਤ। ਉਹਨਾਂ ਤੋਂ ਉੱਪਰ ਸਮੇਰ ਪਰਬਤ ਦੀ ਚੋਟੀ ਤੋਂ ਵੀ ਤਾਂ ਧਰੂ ਭਗਤ ਦੀ ਪੁਰੀ ਹੈ, ਪ੍ਰਹਿਲਾਦ ਭਗਤ ਰਹਿੰਦਾ ਹੈ, ਤੇ ਵੱਡਾ ਜੋ ਦੱਤਾਤਰੇय ਹੈ ਉਹ ਰਹਿੰਦਾ ਹੈ ਮਹਾਨ। ਸੋ ਊਰਦ ਸੋਹਤ ਸੁੰਦਰ ਥਾਨਾ। ਸੋਹਣੀਆਂ ਥਾਵਾਂ ਤੇ ਬੜੇ ਉੱਚੇ ਸੋਭਨੀਕ ਪੁਰੀਆਂ ਵਿੱਚ ਰਹਿ ਰਹੇ ਹਨ ਇਹ ਭਗਤ ਜਨ। ਮੰਦਹ ਮੰਦ ਚੱਲੈ ਤਹ ਕੋ। ਮਹਾਰਾਜ ਕਹਿੰਦੇ ਵੀ ਉਹ ਜਿਹੜੀਆਂ ਪੁਰੀਆਂ ਨਾ ਧਰੂ ਪ੍ਰਹਿਲਾਦ ਕਾਕ ਪਸੁੰਡ ਹੋਣਾ ਦੀਆਂ, ਉਹਨਾਂ ਭਗਤਾਂ ਦੇ ਕੋਲ ਵੀ ਆਪਾਂ ਹੌਲੀ ਹੌਲੀ ਚੱਲਾਂਗੇ। ਮਨ ਸਿੱਧਨ ਕੇ ਬਹੁਤਾ ਅਭਮਾਨਾ। ਕਿਉਂਕਿ ਇਹ ਜਿਹੜੇ ਸਿੱਧਾ ਪਹਿਲਾ ਸਿੱਧ ਹੈ ਨਾ, ਇਹਨਾਂ ਦੇ ਮਨ ਵਿੱਚ ਹੰਕਾਰ ਬਹੁਤ ਹੈ। ਅਸੀਂ ਇਹ ਸਿੱਧਾਂ ਦਾ ਮਾਲ ਮਿਟਾ ਲਈਏ, ਫਿਰ ਹੌਲੀ ਹੌਲੀ ਜਿਹੜੇ ਧਰੂ ਪ੍ਰਹਿਲਾਦ ਭਗਤਾਂ ਦੀਆਂ ਪੁਰੀਆਂ ਉਹਨਾਂ ਕੋਲ ਵੀ ਪਹੁੰਚਾਂਗੇ, ਚੱਲਾਂਗੇ। ਦੇਹ ਮਿਟਾਏ ਭਲੇ ਮਗ ਪਾਏ। ਇਹਨਾਂ ਦਾ ਮਾਣ ਹੰਕਾਰ ਜਿਹਾ ਮਿਟਾ ਕੇ ਤੇ ਭਾਵ ਭਗਤੀ ਦਾ ਜਿਹੜਾ ਚੰਗਾ ਹੀ ਰਸਤਾ ਉਸ ਤੇ ਪਾਵਾਂਗੇ। ਖਾਨਤ ਤਾਸ਼ਿਨ ਯੋਗਤ ਦਾਨਾ। ਮੁਕਤੀ ਦਾਤਾ ਸਤਿਗੁਰੂ ਜੀ ਇਸ ਤਰ੍ਹਾਂ ਉਸ ਵੇਲੇ ਕਹਿ ਹੀ ਰਹੇ ਸਨ। ਕਬਿਤ ਭੰਗਰ ਸੋ ਆਏ ਮੁਖ ਬਚਨ ਅਲਾਏ। ਭੰਗਰਨਾਥ ਇੰਨੇ ਨੂੰ ਆ ਗਿਆ, ਆਉਂਦੇ ਹੀ ਬਚਨ ਕਹਿਣ ਲੱਗਾ ਗੁਰੂ ਸਾਹਿਬ ਜੀ ਨੂੰ। ਮਾਈ ਮੁੰਡੇ ਕਹਾਂ ਜਾਏ ਤੋਹੇ ਗਮਤਾ ਨਾ ਜਾਣ ਕੋ। ਅਰੇ ਮਾਈ ਮੁੰਡੇ, ਇਹ ਜਿਹੜੀ ਸਿੱਧਾਂ ਦੀ ਗਾਲ ਹੈ ਬੜੀ ਤਗੜੀ, ਜਿਵੇਂ ਆਪਾਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਦਿੰਦੇ ਆ, ਇਹ ਸਿੱਧ ਲੋਕਾਂ ਦੀ ਗਾਲ ਹੈ ਬੜੀ ਤਗੜੀ। ਮਾਈ ਮੁੰਡੇ, ਮਾਈ ਵੀ ਮਾਂ ਤੇ ਮੁੰਡੇ ਵੀ ਸਿਰ, ਮਾਂ ਦੇ ਸਿਰ ਨੂੰ ਮੁੰਨਣ ਵਾਲੇ, ਜਾਂ ਮਾਈ ਮੁੰਡੇ ਵੀ ਮਾਂ ਦੇ ਮੁੰਡੇ। ਹੇ ਮਾਂ ਦੇ ਸਿਰ ਮੁੰਨਣ ਵਾਲੇ ਮਾਈ ਮੁੰਡੇ, ਕਿੱਥੇ ਤੂੰ ਜਾਏਗਾ? ਤੇਰੀ ਉਹ ਜਾਨ ਦੀ ਗਮਤਾ ਨਹੀਂ ਹੈ, ਪਹੁੰਚ ਨਹੀਂ ਹੈ। ਆਗ ਦੁਖ ਪਾਏ ਜਾ ਹੈ ਪ੍ਰਾਨ ਕੋ ਗਵਾਏ। ਜੇ ਤੂੰ ਅੱਗੇ ਜਾਏਗਾ ਦੁੱਖ ਪਾਏਗਾ ਤੇ ਪ੍ਰਾਣਾਂ ਨੂੰ ਵੀ ਗਵਾ ਬੈਠੇਗਾ। ਕੋ ਸਕੈ ਨ ਬਚਾਏ ਹਠ ਕੀਜੈ ਨ ਹੈ ਮਾਨ ਕੋ। ਐਵੇਂ ਨਾ ਮਾਨ ਜਾ ਕਰਕੇ ਹਟ ਜਾ ਕਰੀ ਜਾਓ,
ਹਟ ਜਾ, ਛੱਡ ਦਿਓ, ਤੁਹਾਨੂੰ ਕੋਈ ਨਹੀਂ ਬਚਾ ਸਕੇਗਾ ਅੱਗੇ। ਆਗਾ ਚੱਲ ਬੇ ਕੀ ਚਾਹੇ ਗੋਰਖ ਕੋ ਗੁਰੂ ਕਰੋ। ਜੇ ਤੁਹਾਨੂੰ ਅੱਗੇ ਜਾਣ ਦੀ ਚਾਹਨਾ ਇੱਛਾ ਵੀ ਜਾਣਾ ਹੀ ਜਾਣਾ ਹੈ, ਫਿਰ ਪਹਿਲਾਂ ਜੋ ਗੋਰਖ ਗੁਰੂ ਹੈ ਉਸ ਨੂੰ ਆਪਣਾ ਗੁਰੂ ਧਾਰਨ ਕਰੋ। ਸੇਵਕ ਹੈ ਜਾ ਕੇ ਬਹੁ ਦੇਤ ਮਨ ਗਿਆਨ ਕੋ। ਜਿਸ ਗੋਰਖਨਾਥ ਦੇ ਬਹੁਤ ਸੇਵਕ ਹੈ ਤੇ ਬਹੁਤਿਆਂ ਨੂੰ ਜਿਸ ਨੇ ਮਨ ਵਿੱਚ ਯੋਗ ਦਾ ਗਿਆਨ ਦਿੱਤਾ ਹੈ। ਪਾਛੇ ਹਟ ਜਈਐ ਨਾ ਤੋ ਗੁਰੂ ਕਰ ਲਈਐ ਅਬ। ਕਹਿੰਦਾ ਵੀ ਆ ਪਿੱਛੇ ਮੁੜ ਜਾਓ ਤੁਸੀਂ ਹੁਣੇ, ਨਹੀਂ ਤਾਂ ਫਿਰ ਜੋ ਗੋਰਖਨਾਥ ਗੁਰੂ ਆ ਉਸ ਨੂੰ ਗੁਰੂ ਕਰ ਲਓ ਆਪਣਾ ਹੁਣੇ ਹੀ। ਦੋ ਮੈਂ ਏਕ ਕਈਐ ਜੇ ਤੂੰ ਚਾਹੈ ਨਿਜ ਪ੍ਰਾਨ ਕੋ। ਕਹਿੰਦਾ ਵੀ ਜੇ ਤੁਸੀਂ ਆਪਣੇ ਪ੍ਰਾਣਾਂ ਨੂੰ ਚਾਹੁੰਦੇ ਨਾ ਤੇ ਦੋਵਾਂ ਵਿੱਚ ਇੱਕ ਕੰਮ ਕਰ ਲਈਏ, ਵੀ ਜਾਂ ਤੇ ਤੁਸੀਂ ਗੋਰਖਨਾਥ ਨੂੰ ਗੁਰੂ ਕਰ ਲਓ ਆਪਣਾ, ਨਹੀਂ ਤੇ ਪਿੱਛੇ ਮੁੜ ਜਾਓ। ਮਾਨਸਾ ਹੈ ਮਾਈ ਤਾਂ ਕੋ ਮੁੰਡ ਹੈ ਮੁੰਡਾਈ। ਮਾਨਸਾ ਨਹੀਂ ਮਨਸਾ, ਮਨਸਾ ਹੈ ਮਾਈ। ਮਹਾਰਾਜ ਕਹਿੰਦੇ ਮਨਸਾ ਕੀ ਜਿਹੜੀ ਬੁੱਧੀ ਹੈ, ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਬੁੱਧੀ ਹੈ ਨਾ ਇਹ ਮਾਈ ਹੈ, ਤੇ ਤਾਂ ਕੋ ਮੁੰਡ ਹੈ ਮੁੰਡਾਈ। ਉਹਦਾ ਜਿਹੜਾ ਮੂੰਡ ਕਹੀਏ ਸਿਰ ਹੈ ਨਾ, ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਨੇ ਬੁੱਧੀ ਵਿੱਚ, ਉਹ ਮੁੱਲ ਦਿੱਤਾ ਹੈ। ਬੁੱਧੀ ਰੂਪ ਮਾਂ ਦਾ ਜਿਹੜਾ ਹੰਕਾਰ ਰੂਪੀ ਸਿਰ ਉਹ ਅਸਾਂ ਨੇ ਮੁੱਲ ਦਿੱਤਾ ਹੈ। ਹੁਣ ਮਾਈ ਹੂੰ ਕੀ ਮਾਈ ਸੰਗਤ ਜਾਣਾ ਸੰਭਾਰਿਆ। ਫਿਰ ਜਿਹੜੀ ਮਾਈ ਦੀ ਮਾਈ ਭਾ ਮਾਂ ਦੀ ਮਾਂ, ਬੁੱਧੀ ਦੀ ਮਾਂ ਕੀ ਹੈ ਮਾਇਆ, ਉਹਦਾ ਵੀ ਅਸਾਂ ਨੇ ਸੰਗ ਛੱਡ ਦਿੱਤਾ ਹੈ, ਨਾ ਸੰਭਾਲਿਆ। ਇਸ ਨੂੰ ਹੀ ਸੰਭਾਲਿਆ ਨਹੀਂ ਹੈ ਮਾਇਆ ਨੂੰ, ਕਿ ਕਿੰਨੀ ਕੁ ਸਾਡੇ ਕੋਲ ਮਾਇਆ ਜਮਾ ਹੈ। ਦੁੱਖ ਤਾਂ ਕੋ ਹੋਏ ਭੁੱਲੇ ਪੰਥ ਫਿਰਾਂ ਜੋਏ। ਮਹਾਰਾਜ ਕਹਿੰਦੇ ਵੀ ਦੁੱਖ ਤੇ ਉਹਨਾਂ ਨੂੰ ਹੁੰਦਾ ਹੈ ਭੰਗਰਨਾਥ, ਜਿਹੜੇ ਪਰਮੇਸ਼ਰ ਦੇ ਸਹੀ ਰਸਤੇ ਤੋਂ ਭੁੱਲੇ ਫਿਰਦੇ ਹੈ, ਡੋਲੇ ਫਿਰਦੇ, ਦੁੱਖ ਤੇ ਉਹਨਾਂ ਨੂੰ ਹੋਊਗਾ ਤੇਰੇ ਵਰਗਿਆਂ ਨੂੰ। ਮਨ ਤੁਮਰੇ ਕੋ ਖੋਏ ਲਿਓ ਮਾਰਗ ਨਿਹਾਰਿਆ। ਪਹਿਲਾਂ ਤੇ ਅਸੀਂ ਤੇਰੇ ਮਾਣ ਹੰਕਾਰ ਨੂੰ ਜਿਹੜਾ ਹੈ ਗਵਾ ਦਿਆਂਗੇ ਤੁਹਾਡੇ ਸਿੱਧਾਂ ਦੇ, ਤੇ ਫਿਰ ਅਗਲਾ ਜਿਹੜਾ ਮਾਰਗ ਉਹ ਆਪੇ ਹੀ ਦੇਖ ਲਵਾਂਗੇ। ਗੋਰਖ ਬਿਲੋਕੇ ਤੇਰੋ ਓਦ ਹੈ ਵਧਾਈ ਬਾਦ। ਜਿਹੜਾ ਤੂੰ ਕਹਿਣਾ ਵੀ ਗੋਰਖਨਾਥ ਨੂੰ ਗੁਰੂ ਧਾਰਨ ਕਰ ਲਓ, ਤੇਰੇ ਗੋਰਖਨਾਥ ਨੂੰ ਅਸੀਂ ਵੇਖਿਆ, ਮਹਾਰਾਜ ਕਹਿੰਦੇ ਤੇਰਾ ਗੋਰਖਨਾਥ ਦੇਖਿਆ, ਐਵੇਂ ਵਿਅਰਥੀ ਵਾਧੂ ਉਮਰ ਵਧਾਈ ਫਿਰਦਾ ਹੈ। ਬਾਦ ਗੁਰ ਜਾਵੈ ਨਹਿ ਮਾਨ ਕੋ ਨਿਵਾਰਿਆ। ਝਗੜਿਆਂ ਨੂੰ ਐਵੇਂ ਰਚਾਉਂਦਾ ਹੈ, ਬਣਾਉਂਦਾ ਵੀ ਝਗੜੇ ਰਚਦਾ ਹੈ, ਉਸਨੇ ਆਪਣੇ ਹੰਕਾਰ ਨੂੰ ਤੇ ਦੂਰ ਹੀ ਨਹੀਂ ਕੀਤਾ। ਖੋਇਓ ਨਿਜ ਗਿਆਨ ਕੈਸੇ ਦੇਹੋ ਅਤ। ਖੋਇਓ ਨਿਜ ਗਿਆਨ ਕੈਸੇ ਦੇਹੋ ਗਤ ਆਨਾ। ਤੁਸਾਂ ਨੇ ਜਿਹੜਾ ਆਪਣਾ ਸਵੈ ਸਰੂਪ ਦਾ ਗਿਆਨ ਤੇ ਗਵਾ ਦਿੱਤਾ ਹੈ, ਨਿਜ ਗਿਆਨ ਆਪਣੇ ਆਪੇ ਦਾ ਆਤਮ ਸਰੂਪ ਦਾ ਗਿਆਨ ਤੇ ਗਵਾ ਦਿੱਤਾ ਹੈ। ਫਿਰ ਤੁਸੀਂ ਭਲਾ ਹੋਰਾਂ ਨੂੰ ਕਿਸ ਤਰ੍ਹਾਂ ਜਿਹੜਾ ਗਤ ਕਹੀਏ ਗਿਆਨ ਦੇ ਰਹੇ ਹੋ ਯੋਗ ਦਾ, ਆਪਣਾ ਸਵੈ ਸਰੂਪ ਤੇ ਤੁਸੀਂ ਗਵਾ ਲਿਆ ਹੈ। ਫਿਰ ਇਸੇ ਤਰ੍ਹਾਂ ਖੋਇਓ ਨਿਜ ਗਿਆਨ ਵੀ ਆਤਮ ਸਰੂਪ ਦਾ ਗਿਆਨ ਤੇ ਤੁਸਾਂ ਨੇ ਗਵਾ ਲਿਆ, ਉਹਦੀ ਤੁਹਾਨੂੰ ਕੋਈ ਹੈ ਨਹੀਂ ਹੈ ਭਾਲ। ਫਿਰ ਕਿਸ ਤਰ੍ਹਾਂ ਤੁਸੀਂ ਜਿਹੜਾ ਸਾਨੂੰ ਆ ਕੇ ਤੇ ਜਿਹੜਾ ਗਤ ਕਹੀਏ ਉਹ ਨਿਜ ਸਰੂਪ ਦਾ ਗਿਆਨ ਦਿਓਗੇ। ਦੰਭ ਧਾਰੇ ਸਨਮਾਨ ਹਿਤ ਲੋਕਨ ਭੁਲਾਰਿਆ। ਐਵੇਂ ਤੁਸਾਂ ਨੇ ਪਖੰਡ ਜਿਹਾ ਧਾਰਿਆ ਹੋਇਆ, ਸਨਮਾਨ ਸਰਕਾਰ ਸਤਕਾਰ ਵਾਸਤੇ ਲੋਕਾਂ ਨੂੰ ਭੁਲਾਇਆ ਹੋਇਆ, ਭੁੱਲੇ ਭਟਕੇ ਰਾਹ ਤੇ ਪਾਇਆ ਹੋਇਆ ਹੈ, ਭੁਲਾਏ ਹੋਏ ਲੋਕ। ਕਾਨ ਕੋ ਛਦਾਏ ਮੁੰਦਾ ਫਟਕ ਬਣਾਏ। ਕੰਨ ਨੂੰ ਐਵੇਂ ਵਿੰਨ ਕਰਕੇ ਜਿਹੜੀਆਂ ਬਿਲੌਰੀ ਕੱਚ ਦੀਆਂ ਮੁੰਦਰਾਂ ਬਣਾ ਸਵਾਰ ਕੇ ਪਾ ਲਈਆਂ ਤੁਸਾਂ। ਸੇਲੀ ਅੰਗ ਹੂੰ ਮੈਂ ਪਾਏ ਵੇਖ ਦੰਭ ਕੇ ਨਿਦਾਨ ਹੋ। ਸੇਲੀ ਜਿਹੜਾ ਗੁੰਦਿਆ ਹੋਇਆ ਕਾਲਾ ਧਾਗਾ ਹੈ ਉਹ ਗਲ ਵਿੱਚ ਪਾ ਲਿਆ ਹੈ, ਤੇ ਜਿਹੜਾ ਪਖੰਡ ਦਾ ਭੇਖ ਉਹਦੇ ਤੇ ਤੁਸੀਂ ਖਜ਼ਾਨੇ ਵੱਡਾ ਹੀ ਪਖੰਡ ਹੋ ਤੁਸੀਂ। ਭਸਮ ਲਗਾਏ ਪਟ ਭਗਵੇ ਰੰਗਾਏ। ਸਰੀਰਾਂ ਉੱਤੇ ਕੱਪੜੇ ਲਾ ਕਰਕੇ ਸਵਾ ਲਾ ਲਈ ਹੈ, ਤੇ ਜਿਹੜਾ ਹੈ ਕੱਪੜੇ ਉਹ ਭੰਗਵੇਂ ਕਰਕੇ ਰੰਗਾ ਲਏ ਹਨ। ਝੋਲੀ ਲੀਨੀ ਹੈ ਸਿਵਾਏ ਨਿਜ ਮਾਨਤ ਮਹਾਨ ਹੋ। ਹੱਥ ਵਿੱਚ ਠੂਠਾ ਮੰਗਣ ਵਾਲਾ ਲੈ ਲਿਆ, ਇਸੇ ਤਰ੍ਹਾਂ ਝੋਲੀ ਜਿਹੜੀ ਸਵਾ ਕੇ ਲੈ ਲਈ, ਮੋਢੇ ਤੇ ਪਾ ਲਈ ਹੈ। ਆਪਣੇ ਆਪ ਨੂੰ ਤੁਸੀਂ ਸਿੱਧ ਮੰਨਦੇ ਹੋ, ਬੜੇ ਤਗੜੇ। ਜੋਗ ਕੀ ਜੁਗਤ ਨਹ ਜਾਣੀ ਤੈ ਬੇਮਤ। ਉਹ ਭੰਗਰ ਨਾਲ ਤੂੰ ਤੇ ਬੇਮਤ ਹੈ, ਬੇਅਕਲਾ ਹੈ।
ਐਵੇਂ ਮੂਰਖੀ ਹੈ ਜਿਹੜੀ ਜੋਗੀਆਂ ਦੀ ਜੁਗਤੀ ਹੈ ਦਲੀਲ ਉਹ ਤੇ ਤੂੰ ਜਾਣੀ ਨਹੀਂ ਹੈ ਕੋਈ। ਨਿਜ ਜੋਗੀ ਹੋ ਕਹਿਤ ਜੋਗ ਹੂੰ ਤੇ ਅਨਜਾਨ ਹੋ। ਆਪਣੇ ਆਪ ਨੂੰ ਤੂੰ ਬੜਾ ਤਗੜਾ ਜੋਗੀ ਸਿੱਧ ਕਹਿੰਦਾ ਹੈ, ਤੇ ਜਿਹੜਾ ਹੱਠ ਜੋ ਜਿਹੜਾ ਹੈ ਭਗਤੀ ਯੋਗ ਹੈ ਜਿਹਦੇ ਨਾਲ ਮਨ ਠਹਿਰਨਾ, ਮਨ ਅੰਤਰਮੁਖ ਬਿਰਤੀ ਹੋਣੀ, ਟਿਕਣਾ ਹੈ, ਉਹਦੇ ਤੋਂ ਤੇ ਤੁਸੀਂ ਬੇਸਮਝ ਅਣਜਾਣ ਹੋ। ਔਦ ਹੈ ਵਧਾਈ ਕੂਰ ਪੰਥ ਸ਼ੁਭ ਰਹਿਓ ਦੂਰ। ਐਵੇਂ ਵਿਅਰਥ ਜਿਹੜੀ ਸਰੀਰਾਂ ਦੀ ਉਮਰ ਵਧਾਈ ਹੋਈ ਝੂਠੀ, ਤੇ ਜਿਹੜਾ ਭਾਵ ਭਗਤੀ ਦਾ ਚੰਗਾ ਰਸਤਾ ਉਹ ਤੋਂ ਤੁਸੀਂ ਦੂਰੀ ਹੋ ਰਹੇ ਹੋ। ਸਹਜ ਸਰੂਪ ਕੋ ਹਦੂਰ ਕੇ ਵਜਾਨ ਹੋ। ਜਿਹੜਾ ਸਹਿਜ ਸਰੂਪ ਗਿਆਨ ਸਰੂਪ ਹੈ, ਫਿਰ ਭੰਗਰਨਾਥ ਉਹਦੇ ਸਾਹਮਣੇ ਤੁਸੀਂ ਕਿਵੇਂ ਜਾਓਗੇ? ਨਹੀਂ ਜਾ ਸਕਦੇ। ਸਵਈਆ ਯਾ ਸੰਤੋਸ਼ਨ ਹੋਤ ਭਇਓ। ਇਉਂ ਸੁਣ ਕੇ ਭੰਗਰਨਾਥ ਸੜ ਮੱਚਦੇ ਗਿਆ, ਪਰ ਚੁੱਪੀ ਹੋ ਰਿਹਾ ਹੈ। ਪਨ ਭੰਗਰਨਾਥ ਨਾ ਬਾਣੀ ਅਲਾਈ। ਫਿਰ ਭੰਗਰਨਾਥ ਨੇ ਮੁਖੋਂ ਕੋਈ ਗੱਲਬਾਤ ਨਹੀਂ ਕਹੀ। ਲੋਪ ਭਇਓ ਪ੍ਰਗਟਿਓ ਟਿਕ ਗੋਰਖ। ਗੁਰੂ ਮਹਾਰਾਜ ਦੇ ਨੇੜਿਓਂ ਤੇ ਉਸੇ ਵੇਲੇ ਅਲੋਪ ਹੋ ਗਿਆ ਹੈ, ਗੋਰਖਨਾਥ ਕੋਲ ਜਾ ਕੇ ਪ੍ਰਗਟ ਹੋ ਗਿਆ। ਬੈਠ ਗਇਓ ਨਿਜ ਆਸਨ ਲਾਈ। ਆਪਣਾ ਆਸਨ ਜਿਹਾ ਲਾ ਕੇ ਨਿੰਮੂ ਝਾਣਾ ਜਿਹਾ ਹੋ ਕੇ ਬੈਠ ਗਿਆ। ਆਗਾ ਚੱਲੇ ਤਹਾਂ ਤੇ ਗੁਰੂ ਨਾਨਕ। ਇੱਧਰ ਗੁਰੂ ਨਾਨਕ ਸਾਹਿਬ ਜੀ ਉਸ ਸਥਾਨ ਤੋਂ ਅੱਗੇ ਚੱਲੇ ਹੈ ਬਿਖਰੇ ਗਿਰ ਪੰਥ ਨਾ ਪਾਈ। ਜੋ ਪਹਾੜਾਂ ਦਾ ਰਸਤਾ ਬਹੁਤ ਹੀ ਵਿਖੜਾ ਕਠਿਨ ਹੈ ਤੇ ਰਸਤਾ ਲੱਭਦਾ ਹੀ ਨਹੀਂ ਹੈ। ਉਹਨਾਂ ਪਹਾੜ ਕੇ ਜਾਏ ਕੈਸੇ ਖਰ। ਉਹਨਾਂ ਨਾਮ ਦਾ ਜਿਹੜਾ ਪਹਾੜ ਹੈ ਉਹਦੀ ਚੋਟੀ ਤੇ ਜਾ ਕੇ ਬੈਸ ਗਏ ਸੁਠ ਰੂਪ ਸਹਾਈ। ਸੋਹਣੇ ਸਰੂਪ ਵਾਲੇ ਸੋਭਨੀਕ ਗੁਰੂ ਨਾਨਕ ਸਾਹਿਬ ਜੀ ਉਹਨਾਂ ਪਹਾੜ ਦੀ ਚੋਟੀ ਤੇ ਜਾ ਬੈਠ ਗਏ। ਕਬਿਤ ਬੈਠ ਘਟੀ ਤੀਨ ਮੁਸਕਾਨ ਹੈ ਪਰਬੀਨ। ਗੁਰੂ ਮਹਾਰਾਜ ਜੀ ਤੋਂ ਬੈਠਿਆਂ ਬੈਠਿਆਂ 3 ਘੜੀਆਂ ਬੀਤ ਗਈਆਂ। 3 ਘੜੀਆਂ ਹੋ ਗਈਆਂ ਬੈਠਿਆਂ ਨੂੰ, ਤੇ ਅੰਤਰਜਾਮੀ ਮਹਾਰਾਜ ਹੱਸੇ ਥੋੜਾ ਜਿਹਾ। ਗੁਰ ਬੂਝੇ ਮਰਦਾਨਾ ਕੈਸੇ ਕੀਨ ਮੁਸਕਾਨ ਵੋ। ਇੱਧਰ ਗੁਰੂ ਮਹਾਰਾਜ ਨੂੰ ਭਾਈ ਮਰਦਾਨਾ ਪੁੱਛਦਾ, ਮਹਾਰਾਜ ਤੁਸਾਂ ਨੇ ਕਿਸ ਤਰ੍ਹਾਂ ਹੱਸਣਾ ਕੀਤਾ ਹੈ ਐਵੇਂ ਬਿਨਾਂ ਗੱਲਬਾਤ ਤੋਂ? ਪ੍ਰਭੂ ਬੈਨ ਕਹਿਓ ਜੋਗੀ ਆਵ ਤੋ ਹੈ ਲਿਓ। ਪ੍ਰਭੂ ਬੈਨ ਕਹਿਓ, ਗੁਰੂ ਮਹਾਰਾਜ ਨੇ ਬਚਨ ਕਿਹਾ ਵੀ ਹੇ ਭਾਈ ਮਰਦਾਨਾ, ਆਸਾਂ ਨੇ ਜਿਹੜਾ ਜੋਗੀ ਹੈ ਨਾ ਇੱਕ ਸਿੱਧ, ਉਹ ਆਉਂਦਾ ਹੋਇਆ ਜਾਣਿਆ ਦੇਖਿਆ ਹੈ। ਮਾਨ ਮਨ ਦਹਿਓ ਹਸ ਦੇਖ ਕਰ ਆਵਨੋ। ਜਿਸ ਸਿੱਧ ਦੇ ਮਨ ਨੂੰ ਅਹੰਕਾਰ ਨੇ ਸਾੜਿਆ ਹੋਇਆ, ਉਹਨੂੰ ਆਉਂਦੇ ਹੋਏ ਨੂੰ ਦੇਖ ਕਰਕੇ ਅਸੀਂ ਹੱਸੇ ਹਾਂ। ਭੇਜਤ ਚੜਤ ਕਰ ਗੋਰਖ ਜੋ ਹਮ ਪਰ। ਜੋ ਇਹਨਾਂ ਦਾ ਗੁਰੂ ਗੋਰਖਨਾਥ ਹੈ ਉਹ ਸਾਡੇ ਤੇ ਚੜ੍ਹਾਈ ਕਰ ਕਰਕੇ ਵਾਰੀ ਸਿਰ ਸਿੱਧਾਂ ਨੂੰ ਭੇਜ ਰਿਹਾ ਹੈ। ਮਤ ਸਰ ਔਰ ਧਰ ਹੋਏ ਨਾ ਲਜਾਵਨੋ। ਉਹ ਹਿਰਦੇ ਵਿੱਚ ਬੜੀ ਈਰਖਾ ਧਾਰੀ ਹੋਈ ਹੈ, ਤੇ ਇਹਨਾਂ ਸਿੱਧਾਂ ਨੂੰ ਆਉਣ ਲੱਗਿਆਂ ਸ਼ਰਮ ਹੀ ਨਹੀਂ ਆਉਂਦੀ ਥੋੜੀ ਬਹੁਤ। ਕਹੇ ਮਰਦਾਨਾ ਜਾਂ ਕੋ ਮਾਰੋ ਚੱਡੇ ਗਾਟੇ ਕਰ। ਭਾਈ ਮਰਦਾਨਾ ਜੀ ਨੂੰ ਸੁਣ ਕੇ ਗੁੱਸਾ ਆ ਗਿਆ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇਹਨਾਂ ਦੇ ਚੱਡੇ ਗਾਟੇ ਕਰ ਦਿੰਦੇ ਆ, ਭਾਵ ਇਹਨਾਂ ਨੂੰ ਚੱਡਿਆਂ ਤੋਂ ਫੜ ਕੇ ਉਲਟਾ ਕੇ ਪਰੇ ਮਾਰਦੇ ਹਾਂ ਮੂੰਹ ਭਾਰ। ਲੈਕ ਮੋਕੋ ਕੀਜਾ ਨਿਜ ਆਇਸ ਅਲਾਵਨੋ। ਇੱਕ ਵਾਰ ਮਹਾਰਾਜ ਮੈਨੂੰ ਥੋੜੀ ਜਿਹੀ ਆਪਣੀ ਆਗਿਆ ਦੇ ਦਿਓ, ਵੇਖਿਓ ਮੈਂ ਕਿਵੇਂ ਇਹਨਾਂ ਨੂੰ ਉਲਟਾ ਕੇ ਮਾਰਦਾ ਹਾਂ। ਦੋਹਰਾ ਲੈਨ ਦੇਨ ਇਨ ਕੋ ਨਹੀਂ। ਐਵੇਂ ਗੁਰੂ ਸਾਹਿਬ ਜੀ ਇਹਨਾਂ ਦਾ ਸਾਡੇ ਨਾਲ ਕੋਈ ਨਾ ਲੈਣਾ ਨਾ ਦੇਣਾ ਹੈ। ਆਵਤ ਰੋਸ ਵਡਾਏ। ਕਿੰਨਾ ਰੋਸ ਵਧਾ ਵਧਾ ਕੇ ਵਾਰੀ ਸੇ ਚੜ ਚੜ ਆਉਂਦੇ ਹਨ। ਇੱਕ ਕੋ ਜਬ ਹੀ ਮਾਰ ਹਾਂ। ਅੱਜ ਜਦੋਂ ਇੱਕ ਨੂੰ ਮਾਰਾਂਗੇ ਨਾ, ਚੱਡਿਆਂ ਤੋਂ ਫੜ ਕੇ ਉਲਟਾ ਕੇ ਪਲਟਾ ਕੇ ਮਾਰਾਂਗੇ। ਸਭ ਹੀ ਕੋ ਮਤ ਆਏ। ਆਪੇ ਹੀ ਸਾਰਿਆਂ ਨੂੰ ਜਿਹੜੀ ਅਕਲ ਮਤ ਆ ਜਾਣੀ ਹੈ। ਸੋਰਠਾ
ਗੁਰੂ ਗਰਭ ਗਵਾਰ। ਮਹਾਰਾਜ ਵੇਖੋ ਇਹਨਾਂ ਨੂੰ ਕਿੰਨਾ ਜਿਹੜਾ ਮੂਰਖਾਂ ਨੂੰ ਹੰਕਾਰ ਚੜਿਆ ਹੋਇਆ ਹੈ। ਗੁਣ ਹੈ ਨਾ ਆਪ ਸਮਾਨ ਕੋ, ਆਪਣੇ ਬਰਾਬਰ ਦਾ ਤੇ ਕਿਸੇ ਨੂੰ ਵਿਚਾਰਦੇ ਨਹੀਂ ਹੈ, ਕਹਿੰਦੇ ਵੀ ਅਸੀਂ ਹੀ ਸਭ ਕੁਝ ਹਾਂ। ਦੀਜਾ ਸਗਲ ਬਿਦਾਰ, ਆ ਸਾਰਾ ਕੁਝ ਹੁਣੇ ਦੂਰ ਕਰ ਦਿਆਂਗੇ ਜਦੋਂ ਉਲਟਾ ਕੇ ਸੁੱਟਾਂਗੇ ਇਹਨਾਂ ਨੂੰ। ਮੋਹਰ ਨਾ ਬੈਨ ਬਖਾਨ ਕੋ, ਮੁੜ ਫਿਰ ਨਹੀਂ ਕੋਈ ਆ ਕੇ ਤੁਹਾਨੂੰ ਬਚਨ ਕਹੇਗਾ। ਕਬਿਤ ਸ੍ਰੀ ਗੁਰੂ ਅਲਾਈ ਨਹਿ ਹਾਥ ਕੀ ਲੜਾਈ। ਮਹਾਰਾਜ ਕਹਿਣ ਲੱਗੇ ਵੀ ਭਾਈ ਮਰਦਾਨਾ ਇਹ ਹੱਥਾਂ ਦੀ ਲੜਾਈ ਨਹੀਂ ਹੈ, ਇਹ ਬੈਣ ਚਤੁਰਾਈ ਕਰ ਬਾਦ ਸਿੱਧ ਆਵਈ। ਇੱਥੇ ਤੇ ਜਿਹੜਾ ਨਾ ਚਤੁਰਾਈ ਹੈ ਬਚਨਾਂ ਦੀ, ਸਿਆਣਪ ਹੈ ਬਚਨਾਂ ਦੀ, ਤੇ ਬਚਨਾਂ ਦੀ ਜਿਹੜੀ ਸਿਆਣਪ ਉਹੀ ਉਹ ਕਰਨੀ ਹੈ, ਤੇ ਸਿੱਧ ਜਿਹੜੇ ਉਹ ਝਗੜਾ ਕਰਨ ਆਉਂਦੇ ਹਨ। ਬੋਲਤ ਪਰਸ ਪਰ ਆਵਾ ਤਬ ਜੋਗੀ ਸੋ, ਗੁਰੂ ਮਹਾਰਾਜ ਤੇ ਭਾਈ ਮਰਦਾਨਾ ਆਪੋ ਵਿੱਚ ਹੀ ਬੋਲ ਹੀ ਰਹੇ ਸਨ, ਇੰਨੇ ਚਿਰ ਨੂੰ ਜਿਹੜਾ ਜੋਗੀ ਹੈ ਉਹ ਆ ਗਿਆ। ਨਾਮ ਹੈ ਕਨੀਫਾ ਸੇਵਾਕ ਕੋ ਅਲਾਵਈ, ਜਿਹਦਾ ਨਾਮ ਹੈ ਕਨੀਫਾ ਸਿੱਧ, ਤੇ ਉਹ ਬਚਨ ਕਹਿ ਲੱਗਾ। ਆਗੇ ਇਹਾਂ ਆਏ ਕਦਮ ਪੂਰਬ ਹੀ ਆਏ ਤੁਮ, ਆਉਂਦਿਆਂ ਇਹ ਕਹਿੰਦਾ ਵੀ ਪਹਿਲਾਂ ਵੀ ਇੱਥੇ ਆਏ ਹੋ ਕਿ ਜਾਂ ਅਥਵਾ ਪਹਿਲੀ ਵਾਰੀ ਤੁਸੀਂ ਆਏ ਹੋ। ਕੋਨ ਥਾਨ ਤੀਕ ਅਬ ਚੱਲ ਕਰ ਜਾਵੇ, ਕਿਹੜੇ ਥਾਂ ਤੱਕ ਹੁਣ ਤੁਸੀਂ ਚੱਲ ਕਰਕੇ ਜਾਓਗੇ। ਕੌਣ ਨਾਮ ਤੇਰੋ ਖੋਵ ਮਾਨ ਜੋ ਕਨੇਰੋ ਕੀਨੋ, ਕੀ ਤੁਹਾਡਾ ਨਾਮ ਕੀ ਹੈ, ਤੁਸੀਂ ਕਿਹੜਾ ਨਾਮ ਹੈ ਤੁਹਾਡਾ, ਤੇ ਜਿਹੜਾ ਤੁਸੀਂ ਬਹੁਤਾ ਜਿਹਾ ਮਾਣ ਜਾ ਕਰ ਰਹੇ ਹੋ, ਇੱਥੇ ਮੈਂ ਹੁਣੇ ਗਵਾ ਦਿਆਂਗਾ ਤੁਹਾਡਾ ਮਾਣ। ਤੀਜਾ ਉਪਦੇਸ਼ ਮੇਰੋ ਨਿਕੋ ਹੋ ਸੁਨਾਵਈ, ਮੇਰਾ ਜਿਹੜਾ ਨਾ ਉਪਦੇਸ਼ ਯੋਗ ਦਾ ਤੁਸੀਂ ਲੈ ਲਓ ਤੇ ਚੰਗਾ ਉਪਦੇਸ਼ ਮੈਂ ਸੁਣਾਵਾਂਗਾ। ਆਗੇ ਹਮ ਆਏ ਤੇ ਉਹ ਗਾਲ ਅਬ ਜਾਏ, ਮਹਾਰਾਜ ਕਹਿੰਦੇ ਵੀ ਆ ਪਹਿਲਾਂ ਅਸੀਂ ਆਏ ਹੋਏ ਆ ਤਾਂ ਹੀ ਇਹ ਰਸਤੇ ਜਾ ਰਹੇ ਆ, ਜੇ ਪਹਿਲਾਂ ਨਾ ਆਈਏ ਫਿਰ ਅਸੀਂ ਕਿਉਂ ਜਾਈਏ, ਅਸੀਂ ਤੇ ਅੱਗੋਂ ਪਹਿਲਾਂ ਹੀ ਆਏ ਹੋਏ ਆ ਤਾਂ ਹੀ ਇਸ ਰਸਤੇ ਜਾ ਰਹੇ ਹਾਂ। ਦੇਖੇ ਬਿਨਾ ਸੁਨੇ ਕੋ ਐਸੇ ਚੱਲ ਜਾਤ ਹੈ। ਇਹ ਕਲੀਫਾ ਸਿੱਧ ਦੱਸ ਵੀ ਦੇਖੇ ਤੋਂ ਬਿਨਾ ਸੁਣੇ ਤੋਂ ਬਿਨਾ ਕੋਈ ਭਲਾ ਕਿਸੇ ਰਸਤੇ ਜਾਂਦਾ ਇੱਧਰ ਕਿਤੇ, ਜਿੱਧਰ ਕਿਤੇ ਦੇਖਿਆ ਨਾ ਹੋਵੇ ਸੁਣਿਆ ਨਾ ਹੋਵੇ, ਇਸ ਤਰ੍ਹਾਂ ਕੋਈ ਚਲਿਆ ਜਾਂਦਾ ਹੈ? ਉਹ ਤੇ ਜਾਂਦਾ ਹੀ ਨਹੀਂ ਜਿਹਨੂੰ ਪਤਾ ਨਾ ਹੋਵੇ, ਜਿਹਨੇ ਦੇਖਿਆ ਹੁੰਦਾ ਉਹੀ ਹੋ ਜਾਂਦਾ ਹੈ। ਨਾਨਕ ਹੈ ਨਾਮ ਉਪਦੇਸ਼ ਤਮ ਹਨ ਜੋ, ਸਾਡਾ ਜਿਹੜਾ ਨਾਮ ਨਾਨਕ ਹੈ ਤੇ ਉਪਦੇਸ਼ ਸਾਡਾ ਗਿਆਨ ਦੇ ਹਨੇਰੇ ਨੂੰ ਨਾਸ ਕਰਨ ਵਾਲਾ ਹੈ। ਸੋ ਕਹੋ ਆਨ ਕਰ ਐਸਾ ਬਰ ਰਾਤ ਹੈ, ਉਹੀਓ ਅਸੀਂ ਉਪਦੇਸ਼ ਜਿਹੜਾ ਆ ਕੇ ਤੁਹਾਨੂੰ ਕਰਾਂਗੇ, ਤੇ ਤੂੰ ਇਸ ਤਰ੍ਹਾਂ ਕਿਉਂ ਬੜਰਾ ਰਿਹਾ, ਜਿਵੇਂ ਕੋਈ ਰਾਤ ਸੁੱਤਾ ਹੋਇਆ ਸੁਪਨੇ ਵਿੱਚ ਬੜੜਾਉਂਦਾ ਹੈ, ਐਵੇਂ ਕਹੀ ਜਾਂਦਾ ਕੁਝ ਨਾ ਕੁਝ, ਤੂੰ ਇਸ ਤਰ੍ਹਾਂ ਕਿਉਂ ਬੋਲਦਾ। ਮਹਾਰਾਜ ਕਹਿੰਦੇ ਹੈ ਇਸੇ ਤਰ੍ਹਾਂ ਨਾਨਕ ਸਾਡਾ ਨਾਮ ਹੈ ਵੀ ਜੇ ਤੇਰੇ ਕੋਲ ਅਗਿਆਨ ਦਾ ਹਨੇਰਾ ਕਰਨ ਵਾਸਤੇ ਉਪਦੇਸ਼ ਹੈ ਤੇ ਉਹ ਸਾਨੂੰ ਤੂੰ ਆਣ ਕੇ ਕਰ, ਤੇ ਇਸ ਤਰ੍ਹਾਂ ਕਿਉਂ ਬਰੜਾਉਂਦਾ ਜਿਵੇਂ ਕੋਈ ਰਾਤ ਸੁਪਨੇ ਵਿੱਚ ਬਰੜਾਉਂਦਾ, ਭਾਵ ਐਵੇਂ ਕੋ ਬੋਲਦਾ ਹੈ। ਦੇਖ ਬੇ ਨਿਰੰਜਨ ਕੀ ਚਾਹੇ ਔਰ ਲਾਗੀ ਮੋਕੋ, ਸਾਨੂੰ ਤੇ ਜੋ ਨਿਰੰਜਨ ਪਰਮੇਸ਼ਰ ਹੈ ਉਸ ਨੂੰ ਦੇਖਣ ਦੀ ਚਾਹਨਾ ਹਿਰਦੇ ਵਿੱਚ ਲੱਗੀ ਹੋਈ ਹੈ ਰਾਤ ਦਿਨ। ਤਾਹੀ ਕੇ ਤਖਤ ਬਿਨ ਮਨ ਨਾ ਠਹਰਾਤ ਹੈ, ਉਸ ਨਿਰੰਜਨ ਪਰਮੇਸ਼ਰ ਦੇ ਤਖਤ ਕਹੀਏ ਸਰੂਪ ਦੇਖੇ ਤੋਂ ਬਿਨਾ ਮਨ ਸਾਡਾ ਠਹਿਰ ਹੀ ਨਹੀਂ ਰਿਹਾ। ਕੈਸੇ ਮਾਤ ਤੋਹਿ ਕਹ ਬੀਜ ਸਭ ਪਾਸ ਮੋਹਿ, ਬਾਕੀ ਤੇਰੀ ਕਿਸ ਤਰ੍ਹਾਂ ਦੀ ਅਕਲ ਮਤ ਹੈ, ਕੀ ਤੇਰੀ ਸਿੱਖਿਆ ਉਹ ਸਾਨੂੰ ਜਿਹੜਾ ਦੇ ਸਾਡੇ ਪਾਸ ਕਹਿ ਦੇ। ਸੁਣ ਕੇ ਕਨੀਫਾ ਤਬ ਬਚਨ ਕਹਾਤ ਹੈ, ਸੁਣ ਕੇ ਕਨੀਫਾ ਸਿੱਧ ਫਿਰ ਬਚਨ ਕਹਿਣ ਲੱਗਾ। ਕਾਨ ਕੋ ਸਿੱਧਾਵੋ ਮੰਦਰਾ ਫਟਕ ਬਣਾਵੋ, ਕਹਿੰਦਾ ਵੀ ਮੇਰਾ ਤੇ ਆਪ ਉਪਦੇਸ਼ ਹੈ ਵੀ ਕੰਨਾਂ ਨੂੰ ਤੁਸੀਂ ਛਿਦਵਾ ਲਓ, ਭਾਵ ਛੇਕ ਕਰਵਾ ਲਓ, ਚਿਰਵਾ ਲਓ, ਤੇ ਜਿਹੜੀਆਂ ਬਲੌਰੀ ਕੱਚ ਦੀਆਂ ਮੁੰਦਰਾਂ ਬਣਾ ਕੇ ਕੰਨਾਂ ਵਿੱਚ ਪਾ ਲਓ। ਔਰ ਖਿੰਥਾ ਘਰ ਪਾਵੋਗੋ ਔਰ ਖਿੰਥਾ ਘਰ ਪਾਵੋ ਜੋ ਗਰੀਤ ਸਭ ਲੀਜੀਏ। ਆ ਕੱਪੜੇ ਲਾ ਕੇ ਜਿਹੜੀ ਗੋਦੜੀ ਨਾ ਟਾਕੀਆਂ ਦੀ ਬਣੀ ਹੋਈ ਉਹ ਗਲ ਵਿੱਚ ਪਾ ਲਓ,
ਯੋਗ ਦੀ ਜਿਹੜੀ ਰੀਤੀ ਮਰਿਆਦਾ ਸਭ ਧਾਰਨ ਕਰ ਲਓ। ਸਿੱਧਨ ਮੈਂ ਆਈਆ ਨਿਜ ਮਤ ਦੂਰ ਕਈਆ। ਸਿੱਧਾਂ ਦੇ ਸਾਡੇ 84 ਸਿੱਧਾਂ ਵਿੱਚ ਆ ਜਾਈਏ। ਜਿਹੜੇ ਕੋਈ ਤੁਹਾਡੀ ਆਪਣੀ ਮਤ ਤੋਂ ਦੂਰ ਕਰ ਦਿਓ, ਭਾਵ ਜੋ ਤੁਹਾਡਾ ਕੋਈ ਮਤ ਸਿਧਾਂਤ ਹੈ ਉਹ ਦੂਰ ਕਰ ਦਿਓ। ਭੀਖ ਮੰਗ ਮੰਗ ਖਈਏ ਤਨ ਭਸਮ ਲੱਗੀਜੀਏ। ਮੋਢਿਆਂ ਦੇ ਝੋਲੀ ਪਾ ਲਓ, ਹੱਥ ਵਿੱਚ ਠੂਠਾ ਫੜ ਲਓ ਤੇ ਮੰਗ ਮੰਗ ਕੇ ਭਿੱਖਿਆ ਖਾਈਏ ਤੇ ਕੱਪੜੇ ਉਤਾਰ ਕੇ ਸਰੀਰ ਤੇ ਸਵਾ ਲਗਾ ਲਈਏ। ਜਰਾ ਦੁਖ ਜਾਏ ਪੋਹਿ ਕਾਲ ਨਹ ਆਏ ਤੋਹੇ। ਇਸ ਤਰ੍ਹਾਂ ਕਰਨ ਨਾਲ ਜਿਹੜਾ ਬੁਢੇਪੇ ਦਾ ਤੁਹਾਡਾ ਰੋਗ ਹੈ ਨਾ, ਉਹ ਦੁੱਖ ਬੁਢੇਪੇ ਦਾ ਚਲਿਆ ਜਾਏਗਾ। ਕਾਲ ਜਿਹੜਾ ਤੁਹਾਨੂੰ ਪੋ ਨਹੀਂ ਸਕੇਗਾ, ਮੌਤ ਨਹੀਂ ਪੋਹੇਗੀ। ਨਾਮ ਪ੍ਰਗਟਾਏ ਜਗ ਐਸੀ ਬਿਦ ਕੀਜੀਏ। ਇਸ ਤਰ੍ਹਾਂ ਜੇ ਤੁਸੀਂ ਕਰ ਲਓਗੇ, ਇਸ ਤਰ੍ਹਾਂ ਕਰੀਏ, ਤੁਹਾਡਾ ਜਿਹੜਾ ਨਾਮ ਹੈ ਸੰਸਾਰ ਵਿੱਚ ਪ੍ਰਗਟ ਪ੍ਰਸਿੱਧ ਹੋ ਜਾਏਗਾ। ਜੀਏ ਮੈਂ ਵਿਚਾਰ ਕਰ ਲੀਜੈ ਮਦ ਧਾਰ ਬਰ। ਜੀ ਦੇ ਵਿੱਚ ਵਿਚਾਰ ਕਰਕੇ ਚੰਗੀ ਤਰ੍ਹਾਂ ਇਹ ਜਿਹੜਾ ਸਾਡੀ ਸਿੱਖਿਆ ਉਹ ਸ੍ਰੇਸ਼ਟ ਬੁੱਧੀ ਵਿੱਚ ਧਾਰ ਲਓ। ਹੋਏ ਕੈ ਅਮਰ ਜਸ ਸੁਦਾ ਕਿਉ ਨਾ ਪੀਜੀਏ। ਤੁਸੀਂ ਅਮਰ ਹੋ ਕੇ ਜਿਹੜਾ ਜਸ ਰੂਪੀ ਅਮਰ ਤੇ ਉਹ ਕਿਉਂ ਨਹੀਂ ਤੁਸੀਂ ਪੀਂਦੇ? ਭਾਵ ਸਾਡੇ ਸਿੱਧਾਂ ਵਿੱਚ ਮਿਲ ਜਾਓ, ਉਮਰ ਵੱਡੀ ਹੋ ਜਾਏਗੀ, ਤੁਹਾਡਾ ਜਸ ਹੋਏਗਾ। ਉਹ ਜਸ ਰੂਪੀ ਅੰਮ੍ਰਿਤ ਤੁਸੀਂ ਕਿਉਂ ਨਹੀਂ ਪੀਂਦੇ? ਮੋਹ ਮਾਨ ਚੀਰ ਕਾਨ ਮੰਦਰਾ ਹੈ ਗਰੀਬੀ ਗਿਆਨ। ਮਹਾਰਾਜ ਫਿਰ ਉਸ ਵੇਲੇ ਨੂੰ ਜਵਾਬ ਦਿੱਤਾ। ਮਹਾਰਾਜ ਕਹਿੰਦੇ, ਹੇ ਕਨੀਫਾ, ਜਿਹੜਾ ਜੋਗੀ ਹੈ ਨਾ, ਮਨ ਰੂਪੀ ਜੋਗੀ ਹੈ, ਉਹਦੇ ਮੋਹ ਤੇ ਮਾਨ ਰੂਪੀ ਕੰਨ ਹੈ ਦੋ। ਵਿਚਾਰ ਰੂਪੀ ਛੁਰੀ ਦੇ ਨਾਲ ਮੋਹ ਤੇ ਮਾਨ ਰੂਪੀ ਕੰਨਾਂ ਨੂੰ ਅਸਾਂ ਨੇ ਚੀਰ ਲਿਆ ਹੈ, ਛੇਕ ਕਰ ਲਏ, ਵਿਨ ਲਏ ਹਨ। ਧਿਆਨ ਕੀ ਸਰੀਰ ਖਿੰਥਾ ਸਦਾ ਜੋ ਅਨਾਸ਼ ਹੈ। ਮੁੰਦਰਾ ਹੈ ਗਰੀਬੀ ਸਮਾਨ, ਤੇ ਮੁੰਦਰਾ ਹੈ ਜਿਹੜੀ ਗਰੀਬੀ ਤੇ ਗਿਆਨ। ਜਿਹੜੀ ਗਰੀਬੀ ਰੱਖਣੀ ਹੈ, ਨਿਮਰਤਾ ਰੱਖਣੀ ਹੈ, ਤੇ ਫਿਰ ਗਿਆਨ ਰੱਖਣਾ ਹੈ। ਇਹ ਦੋ ਮੁੰਦਰਾ ਹਨ। ਇਹ ਦੋਵੇਂ ਮੁੰਦਰਾ ਮਨ ਰੂਪੀ ਜੋਗੀ ਦੇ ਮੋਹ ਤੇ ਮਾਨ ਰੂਪੀ ਕੰਨਾਂ ਨੂੰ ਵਿਚਾਰ ਰੂਪੀ ਛੁਰੀ ਨਾਲ ਚੀਰ ਕੇ ਫਾੜ ਕੇ ਉਹਨਾਂ ਵਿੱਚ ਪਾਲ ਲਿਆ ਹੈ। ਗਰੀਬੀ ਨਿਮਰਤਾ ਰੂਪੀ ਮੁੰਦਰਾ ਤੇ ਇਸੇ ਤਰ੍ਹਾਂ ਗਿਆਨ ਰੂਪੀ ਮੁੰਦਰਾ ਨੂੰ। ਧਿਆਨ ਕੀ ਸਰੀਰ ਖਿੰਥਾ ਸਦਾ ਜੋ ਅਨਾਸ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੀ ਜਿਹੜੀ ਸਰੀਰ ਦੇ ਉੱਪਰ ਖਿੰਥਾ ਅਸਾਂ ਨੇ ਸਦਾ ਹੀ ਪਹਿਨੀ ਹੋਈ ਹੈ, ਜੋ ਨਾਸ ਤੋਂ ਰਹਿਤ ਹੈ। ਭਸਮ ਸੰਤੋਖ ਭੀਖ ਲੈਨੀ ਸੋਨ ਮੰਡਲ ਕੀ। ਜਿਹੜਾ ਸੰਤੋਖ ਰੱਖਣਾ ਕੀਤਾ ਇਹ ਉਹ ਸਵਾ ਮਿਲੀ ਹੋਈ ਹੈ। ਸੁਨ ਜੋ ਸਮੂਹ ਜੀਵਾਂ ਵਿੱਚ ਸੁਨ ਵਾਹਿਗੁਰੂ ਅਫੁਰ ਹੋ ਕੇ ਵਿਰਾਜਮਾਨ ਹੈ, ਉਹਦਾ ਦਰਸ਼ਨ ਰੂਪ ਹੀ ਅਸਾਂ ਨੇ ਭਿੱਖਿਆ ਲੈ ਲਈ ਹੈ, ਦਰਸ਼ਨ ਕਰ ਲਿਆ ਹੈ। ਨਾਮ ਲਿਵ ਲਾਗੀ ਜਾਮੈ ਦੇਖਿਓ ਸੁਖ ਰਾਸ ਹੈ। ਨਾਮ ਦੇ ਵਿੱਚ ਲਿਵ ਲੱਗੀ ਹੈ, ਜਿਸ ਵਿੱਚ ਅਸਾਂ ਨੇ ਬਹੁਤ ਮਹਾਨੀ ਸੁਖ ਦੇਖਿਆ ਹੈ। ਕਾਲ ਹੈ ਪਲਾਇਓ ਗੁਰ ਸ਼ਬਦ ਕਮਾਇਓ। ਜਿਹੜਾ ਅਸਾਂ ਨੇ ਗੁਰੂ ਦਾ ਉਪਦੇਸ਼ ਸ਼ਬਦ ਕਮਾਇਆ ਹੈ, ਕਮਾਈ ਕੀਤੀ ਹੈ, ਜਿਸ ਨਾਲ ਕਾਲ ਜਿਹੜਾ ਮੌਤ ਭੱਜ ਗਈ ਹੈ, ਕਾਲ ਭੱਜ ਗਿਆ ਹੈ। ਕਾਲੇ ਕਾ ਕਿਸ ਨਾ ਬਸਾਏ। ਸਭ ਜਰਾ ਯੋ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ। ਸਾਰਾ ਜਿਹੜਾ ਵਡੇਪਾ ਉਹ ਮਿਟਾਇਆ ਹੋਇਆ, ਜਿਹੜਾ ਹਰੀ ਰੂਪ ਦੇ ਵਿੱਚ ਸਭ ਦਾ ਨਿਵਾਸ ਹੈ। ਹਰੀ ਪਰਮੇਸ਼ਰੀ ਸਾਰੇ ਰੂਪਾਂ ਵਿੱਚ ਨਿਵਾਸ ਕਰ ਰਿਹਾ ਹੈ। ਸ੍ਰੀ ਗੁਰੂ ਉਚਾਰੀ ਸੋਨੋ ਸਿੱਧ ਦੰਬ ਧਾਰੀ। ਗੁਰੂ ਮਹਾਰਾਜ ਨੇ ਕਿਹਾ ਵੀ ਇਹ ਸਿੱਧੋ ਪਖੰਡ ਨੂੰ ਧਾਰਨ ਕਰਨ ਵਾਲਿਓ, ਸਾਡਾ ਬਚਨ ਸੁਣੋ। ਭਾਰੀ ਜਾਨੀਏ ਕਮਾਇਓ ਜੋਗ ਐਸੋ ਹਮ ਪਾਸ ਹੈ। ਐਸਾ ਜੋਗ ਸਾਡੇ ਕੋਲ, ਐਸਾ ਜੋਗ ਦੀ ਅਸਾਂ ਨੇ ਭਾਰੀ ਕਮਾਈ ਕੀਤੀ, ਜਾਣੀਏ ਸਮਝੀਏ। ਸਵਈਆ ਜਾਂ ਸੁਨ ਕੈ ਸੋ ਜਾਤ ਭਇਓ। ਇਉਂ ਸੁਣ ਕੇ ਜਿਹੜਾ ਕਨੀਫਾ ਸਿੱਧ ਸੀ ਉਹਦੇ ਚਲਾ ਗਿਆ। ਔਰ ਬੀਚ ਵਿਚਾਰ ਕੈ ਪੂਰਨ ਜਾਨਾ। ਹਿਰਦੇ ਵਿੱਚ ਵਿਚਾਰ ਕੇ ਵੀ ਇਹ ਤੇ ਪੂਰਨੀ ਹੈ, ਮਹਾਨੀ ਐਵੇਂ ਜਾਣਿਆ। ਸੇਖਰ ਮਾਰ ਚੱਲੋ ਗੁਰੂ ਜੀ। ਇੱਧਰ ਸੇਖਰ ਮੇਰ, ਇੱਧਰ ਜੋ
ਭਾਈ ਮਰਦਾਨਾ ਕਹਿੰਦਾ ਮਹਾਰਾਜ ਸਮੇਰ ਪਰਬਤ ਦੀ ਚੋਟੀ ਤੇ ਚੱਲੋ ਜੀ। ਕਰ ਬੰਦ ਕਹਿ ਤਬ ਹੀ ਮਰਦਾਨਾ, ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਸਮੇਰ ਪਰਬਤ ਦੀ ਚੋਟੀ ਤੇ ਚੱਲੋ ਜੀ। ਸ੍ਰੀ ਪ੍ਰਭ ਬੈਨ ਭਨੇ ਤਿਹ ਸੋ, ਗੁਰੂ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਭਾਈ ਮਰਦਾਨਾ ਜੀ ਨੂੰ। ਗਮਨ ਮੰਦ ਮੰਦ ਵਿਖੈ ਸੁਖ ਥਾਨਾ, ਇਹ ਭਾਈ ਮਰਦਾਨਾ ਜੀ ਜਿਹੜੇ ਆ ਹੌਲੀ ਹੌਲੀ ਚੱਲਾਂਗੇ, ਜਿਹੜੇ ਸੁੱਖਾਂ ਦੇ ਥਾਂ ਹੈ ਸਭ ਦੇਖਦੇ ਜਾਵਾਂਗੇ। ਸਿੱਧਨ ਕੋ ਅਵਲੋਕ ਹੋ ਕੌਤਕ, ਪਹਿਲਾਂ ਜੋ 84 ਸਿੱਧ ਹੈ ਨਾ, ਇਹਨਾਂ ਦੇ ਤਮਾਸ਼ਾ ਦੇਖੋ ਵੀ ਇਹ ਕੀ ਕਰਦੇ ਹਨ। ਆਵਤ ਹੈ ਜਿਨ ਕੇ ਬਹਮਾਨਾ, ਜੋ ਚੜ ਚੜ ਕੇ ਆਉਂਦੇ ਆ ਬਾਰ-ਬਾਰ, ਤੇ ਜਿਨ੍ਹਾਂ ਦੇ ਮਨ ਵਿੱਚ ਬੜਾ ਮਾਣ ਹੰਕਾਰ ਚੜਿਆ ਹੋਇਆ ਹੈ। ਕਬਿਤ ਆਇਓ ਹੈ ਹਨੀਫਾ ਅਵਲੋਕਤ ਹੀ ਬੋਲਿਓ ਬੈਨਾ, ਇਹਨਾਂ ਨੂੰ ਜਿਹੜਾ ਹਨੀਫਾ ਸਿੱਧ ਉਹ ਆਇਆ ਹੈ, ਦੇਖਦੇ ਸਾਰੇ ਬਚਨ ਬੋਲਿਆ। ਬਾਲ ਹੈ ਆਦੇਸ਼ ਸੁਨ ਸ੍ਰੀ ਗੁਰੂ ਭਨਤ ਹੈ, ਆਉਂਦੇ ਕਹਿਣ ਲੱਗਾ ਹੇ ਬਾਲੇ ਗੁਰੂ ਨਾਨਕ ਆਦੇਸ਼ ਤੁਹਾਨੂੰ ਨਮਸਕਾਰ ਹੈ। ਤੇ ਗੁਰੂ ਮਹਾਰਾਜ ਸੁਣ ਕੇ ਐਵੇਂ ਕਹਿਣ ਲੱਗੇ ਆਦੇਸ਼ ਏਕੰਕਾਰ ਕੋ ਹਨੀਫਾ ਆਇਓ ਬੈਸ, ਵੇਖ ਕੇ ਪੜ ਆਦੇਸ਼ ਏਕੰਕਾਰ ਕੋ ਹਨੀਫਾ ਆਓ ਬੈਸ। ਮਹਾਰਾਜ ਕਹਿਣ ਲੱਗੇ ਵੀ ਹੇ ਹਨੀਫਾ ਸਿੱਧ, ਸਾਡੀ ਤੋਂ ਇੱਕ ਓੰਕਾਰ ਪਰਮੇਸ਼ਰ ਨੂੰ ਆਦੇਸ਼ ਨਮਸਕਾਰ ਹੈ। ਆਓ ਵੀ ਕੋਲ ਆ ਕੇ ਬੈਠੋ ਹਨੀਫਾ ਸਿੱਧ ਜੀ। ਬਿਸਮਾਦਿਓ ਸੁਨ ਸੋ ਗਟੀ ਮਨ ਮੈਂ ਗਿਣਤ ਹੈ, ਜਿਹੜਾ ਹੈ ਨਾ ਇਹ ਹਨੀਫਾ ਸਿੱਧ ਸੁਣਦਿਆਂ ਸਾਰੀ ਬੜਾ ਆਸ਼ਚਰਜ ਹੋਇਆ, ਆਪਣਾ ਨਾਮ ਸੁਣ ਕੇ ਵੀ ਇਹ ਕਿਵੇਂ ਜਾਣਦੇ, ਮਨ ਵਿੱਚ ਬੜੀਆਂ ਗਿਣਤੀਆਂ ਗਿਣਦਾ ਹੈ। ਬੂਝਤ ਭਾ ਪੂਰਬ ਹੀ ਮੇਲ ਮੇਰੋ ਤੇਰੋ ਭਇਓ, ਪੁੱਛਣ ਲੱਗਾ ਵੀ ਆਪਣਾ ਦੇ ਨਾਨਕ ਤਾਬਾ ਜੀ ਪਹਿਲੀ ਵਾਰੀ ਮੇਰਾ ਤੇ ਤੁਹਾਡਾ ਮੇਲ ਮਿਲਾਪ ਹੋਇਆ ਹੈ। ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਾਣਤ ਹੈ, ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਾਣਤ ਹੈ। ਜਨਤ ਹੈ ਕਹਿੰਦੇ ਆ ਵੀ ਇਹ ਜਿਹੜਾ ਮੇਰਾ ਤੁਸਾਂ ਨੇ ਨਾਮ ਹਨੀਫਾ ਲਿਆ ਹੈ ਮਹਾਰਾਜ, ਉਹ ਤੁਸੀਂ ਕਿਸ ਤਰ੍ਹਾਂ ਪਹਿਲਾਂ ਹੀ ਜਾਣਦੇ ਹੋ। ਕਾਹੂ ਨੇ ਬਤਾਇਓ ਕਿਦੋਂ ਤੀਨ ਕਾਲ ਗਿਆਤਾ ਤੁਮੈ, ਆ ਕਿਸੇ ਨੇ ਮੇਰਾ ਨਾਮ ਤੁਹਾਨੂੰ ਦੱਸਿਆ ਕਿ ਅਥਵਾ ਜਾਂ ਤੁਸੀਂ ਤਿੰਨਾਂ ਕਾਲਾਂ ਦੇ ਗਿਆਤਾ ਹੋ, ਸਭ ਸੋਝੀ ਹੈ ਤਿੰਨਾਂ ਸਮਿਆਂ ਦੀ। ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਨਤ ਹੈ, ਮੈਨੂੰ ਇਸ ਮੇਰੇ ਮਨ ਵਿੱਚ ਸੰਸਾ ਹੋ ਗਿਆ ਹੈ। ਤੁਹਾਡਾ ਤੇ ਹੁਣ ਕਹਿਣਾ ਬਣਦਾ ਹੀ ਹੈ, ਦੱਸਣਾ ਬਣਦਾ ਹੀ ਹੈ ਮਹਾਰਾਜ ਕਿ ਮੇਰਾ ਜਿਹੜਾ ਤੁਸੀਂ ਨਾਮ ਲੈ ਦਿੱਤਾ ਆਉਂਦਿਆਂ ਤੁਸੀਂ ਜਾਣਦੇ ਹੋ ਜਾਂ ਕਿਸੇ ਨੇ ਦੱਸਿਆ ਹੋਇਆ, ਉਹ ਸਾਰਾ ਤੁਸੀਂ ਮੈਨੂੰ ਕਹੋ ਦੱਸੋ। ਫਿਰ ਗੁਰੂ ਮਹਾਰਾਜ ਜਿਵੇਂ ਇਹਨੂੰ ਦੱਸਣਗੇ, ਇਹਦਾ ਪਹਿਲਾ ਇਹਦੇ ਪਿਤਾ ਦਾ ਨਾਮ, ਇਹਦੇ ਬਾਰੇ ਵੀ ਉਹ ਪ੍ਰਸੰਗ ਆਪਾਂ ਸਰਵਣ ਕਰਾਂਗੇ ਕੱਲ੍ਹ ਦੀ ਦੀਵਾਨਾਂ ਵਿੱਚ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਿਚਾਰਾਂ ਦੀ ਇੱਥੇ ਹੀ ਸਮਾਪਤੀ ਹੈ। ਬੂਝਤ ਭਾ ਪੂਰਬ ਹੀ ਮੇਲ ਮੇਰੋ ਤੇਰੋ ਭਇਓ, ਨਾਮ ਜੋ ਹਨੀਫਾ ਆਗੇ ਕੈਸੇ ਕੈ ਜਨਤ ਹੈ। ਕਾਹੂ ਨੇ ਬਤਾਇਓ ਕਿਦੋਂ ਤੀਨ ਕਾਲ ਗਿਆਤਾ ਤੁਮੈ, ਭਇਓ ਹੈ ਸੰਦੇਹ ਮੇਰੇ ਕਹਿਓ ਸੋ ਬਨਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।